बहुत ज़्यादा याद साडी सुरत 'ਚ नहीं उदां दी साडी जिंदगी दा यादां दा हिस्सा ने ਜਿਹੜੀ ਤੁਸੀਂ ਪਿਆਰੇ ਦੇ ਪ੍ਰੇਮ 'ਚ ਜ਼ਿੰਦਗੀ ਨੂੰ ਬਸਰ ਕੀਤਾ ਹੈ ਉਹ ਸਭ ਤੋਂ ਕੀਮਤੀ ਪਿਆਰੇ ਨਾਲ ਪ੍ਰੇਮ ਕਰਿਆ ਕਰੋ ਕਮਾਈ ਕਰਿਆ ਕਰੋ ਫਿਰ ਮਗਰੋਂ ਅਭਿਆਸ ਕਰੋਗੇ ਨੌਜਵਾਨ ਖਾਸ ਕਰਕੇ ਸਾਰੇ ਹੀ ਦਿਨ ਦੇ ਵਿੱਚ ਕੋਈ 3 ਟਾਈਮ ਦਾ ਆਹਰ ਬਣਾਇਓ ਦੁਪਹਿਰ ਦਾ ਟਾਈਮ ਭਾਵੇਂ ਛੋਟਾ ਕਰ ਲਿਓ ਸਵੇਰ ਦਾ ਤੇ ਰਾਤ ਦਾ 20-25 ਮਿੰਟ ਦਾ ਇੱਕ ਟਾਈਮ 20 ਮਿੰਟ ਦਾ ਰੱਖ ਲਿਓ ਘੱਟੋ ਘੱਟ ਬਸ ਪਿਆਰੇ ਦੀ ਯਾਦ 'ਚ ਉਤਰਨਾ ਉਹਨੂੰ ਰੂਪ ਕਰਨੀ ਉਹਦੇ ਪ੍ਰੇਮ ਕਰਨ ਦੀ ਕੋਸ਼ਿਸ਼ ਕਰਨੀ ਪੂਰੀ ਰੀਝ ਜਿਵੇਂ ਤੁਸੀਂ ਉੱਥੇ ਕੈਂਪ 'ਚੋਂ ਸਿੱਖਿਆ ਸੀ ਉਹਨੂੰ ਆਵਾਜ਼ ਮਾਰਨੀ ਪ੍ਰੇਮ ਨਾਲ ਉੱਦਾਂ ਹੀ ਆਵਾਜ਼ ਮਾਰਨੀ ਤੇ ਸਾਰਾ ਦਿਨ ਉਹਨੂੰ ਖੋਜਦੇ ਰਹਿਣਾ ਨਿੱਕੇ ਨਿੱਕੇ ਰੰਗਾਂ 'ਚੋਂ ਹਰ ਖੇਤ 'ਚ ਪੱਤਿਆਂ 'ਚ ਫੁੱਲਾਂ 'ਚ ਹਵਾਵਾਂ 'ਚ ਹਰ ਰੰਗ 'ਚ ਉਹਨੂੰ ਮਾਰਦੇ ਰਹਿਣਾ ਹਰ ਰੰਗ ਮਾਂ 'ਚ ਪਿਤਾ 'ਚ ਹਰ ਰੰਗ ਜਿੰਨਾ ਉਹਦੇ ਨਾਲ ਰਹੋਗੇ ਓਨਾ ਚੰਗਾ ਓਨਾ ਭਲਾ ਜਿੰਨਾ ਉਹਦੇ ਨਾਲ ਰਹੋਗੇ ਓਨਾ ਹੀ ਉਹ ਤੁਹਾਡੇ ਵੱਲ ਨੂੰ ਆਏਗਾ ਜਿੰਨਾ ਉਹਨੂੰ ਪੁਕਾਰੋਗੇ ਓਨਾ ਉਹ ਤੁਹਾਡੇ ਹਿਰਦੇ 'ਚ ਉਤਰੇਗਾ ਅਤੇ ਜਿੰਨਾ ਜਿੰਨਾ ਉਹ ਤੁਹਾਡੇ ਹਿਰਦੇ 'ਚ ਉਤਰੇਗਾ ਓਨਾ ਹੀ ਜਿਹੜੇ ਗੁਣ ਨੇ ਉਹ ਤੁਹਾਡੇ ਉੱਪਰ ਉਤਰਦੇ ਓਨੀ ਹੀ ਖਾਲਸਤਾਈ ਅਤੇ ਪਾਕ ਪਵਿੱਤਰਤਾ ਤੁਹਾਡੇ ਅੰਦਰ ਅਤੇ ਜਿਹੜੀ ਤੁਹਾਡੀ ਮੈਲ ਹੈ ਉਹਦੇ ਵਾਸਤੇ ਵੀ ਕੋਈ ਜਪ ਤਪ ਕਰੇ ਇਹ ਜਿਹੜਾ ਸਮਾਜ ਹੈ ਇਹਦੇ 'ਚ ਮੈਲ ਸਾਨੂੰ ਜਿਹੜੀ ਇਹ ਝੱਟ ਲੱਗ ਜਾਂਦੀ ਤੇ ਮੈਲ ਕੁਝ ਵੀ ਨਹੀਂ ਹੈ ਆਕਰਸ਼ਣ ਨੇ ਤੁਹਾਡੇ ਤੇ ਸਾਰੇ ਜਾਣੇ ਧਿਆਨ ਦਿਓ ਗੁਰਮਤ ਨਿਹੰਗ ਆ ਸਰੂਪ ਸਾਰੇ ਵੱਡੀਆਂ ਧੀਆਂ ਜਿਵੇਂ ਪੁੱਤ ਪਹਿਲਾਂ ਤੁਹਾਨੂੰ ਦੱਸਦੇ ਹਨ ਨਾ ਕਿ 2 ਮਾਰਗ ਹੈ ਬਸ ਜ਼ਿੰਦਗੀ ਜਦੋਂ ਅਸੀਂ ਬੰਦਗੀ ਤੁਰੇ ਹਾਂ ਤੇ ਸਾਨੂੰ ਵੀ ਸਮਾਜ 'ਚ ਇੱਦਾਂ ਹੀ ਮੈਲ ਲੱਗੀ ਮੈਲੇ ਹਾਂ ਤੇ ਜਦੋਂ ਤੁਰੇ ਸ਼ੁਰੂ 'ਚ ਤਾਂ ਇੱਦਾਂ ਲੱਗਾ ਜਿੱਦਾਂ ਲੋਭ ਜਿਹੜਾ ਨਾ ਉਹ ਝੱਟ ਚਲਿਆ ਜਾਂਦਾ ਇੱਦਾਂ ਲੱਗਾ ਲੋਭ ਛੇਤੀ ਮੁੱਕ ਜਾਂਦਾ ਪਰ ਬੜੇ ਹੈਰਾਨ ਹੋਏ ਹਾਂ ਬਾਅਦ ਦੇ ਵਿੱਚ ਕਿ ਨਹੀਂ ਲੋਭ ਆਪਣੀ ਸਾਰੀ ਤਾਕਤ ਜਿਹੜੀ ਉਹ ਹਉਮੈ ਨੂੰ ਦੇ ਦਿੰਦਾ ਤੇ ਹਉਮੈ ਲੋਭ ਨੂੰ ਦੱਬ ਲੈਂਦੀ ਲੋਭ ਹੁੰਦਾ ਹੈ ਅੰਦਰ ਪਰ ਉਹ ਆਪਣੀ ਸਾਰੀ ਜਿੱਦਾਂ ਊਰਜਾ ਜਿਹੜੀ ਹੈ ਉਹ ਹਉਮੈ ਨੂੰ ਦੇ ਦਿੰਦਾ ਤੇ ਹਉਮੈ ਦੱਬ ਲੈਂਦੀ ਲੋਭ ਨੂੰ ਸਾਨੂੰ ਲੱਗਦਾ ਸੀ ਲੋਭ ਮੁੱਕ ਜਾਂਦਾ ਛੇਤੀ ਪਰ ਲੋਭ ਮੁੱਕਦਾ ਨਹੀਂ ਹੈ ਹਉਮੈ ਕਾਰਨ ਕਰਕੇ ਲੋਭ ਨਹੀਂ ਕਰੀਦਾ ਤੇ ਉਹ ਹੁੰਦਾ ਇੱਦਾਂ ਹੈ ਕਿ ਉਹਦੇ 'ਚ ਸਰੀਰ ਨਹੀਂ ਸ਼ਾਮਲ ਹੁੰਦਾ ਤੁਹਾਡਾ ਲੋਭ ਦੇ ਵਿੱਚ ਸਰੀਰ ਨਹੀਂ ਸ਼ਾਮਲ ਹੁੰਦਾ ਹਾਰਮੋਨਸ ਸ਼ਾਮਲ ਨਹੀਂ ਹੁੰਦੇ ਬੋਡੀ ਮਸਲ ਜਿਹੜੇ ਕੁਝ ਨਹੀਂ ਸ਼ਾਮਲ ਹੁੰਦੇ ਜਿਹੜਾ ਕਾਮ ਹੈ ਉਹਦੇ 'ਚ ਸਰੀਰ ਸ਼ਾਮਲ ਹੁੰਦਾ ਤੇ ਕਾਮ ਵਾਸ਼ਨਾ ਪੁੱਤ ਇਹ ਸੰਸਾਰ ਦੀ ਸਭ ਤੋਂ ਖਤਰਨਾਕ ਹੈ
ਜਿਹੜੀ ਤੁਹਾਨੂੰ ਹਰ ਥਾਂ ਜਲੀਲ ਕਰਾ ਦਿੰਦੀ, ਜਿਹੜੀ ਤੁਹਾਨੂੰ ਗੁਣਾਂ ਤੋਂ ਸੁੱਟ ਦਿੰਦੀ ਪਈ, ਜਿਹੜੀ ਤੁਹਾਨੂੰ ਇੰਨੇ ਨੀਵੇਂ ਥਾਂ ਲੈ ਜਾਂਦੀ ਏ ਕਿ ਤੁਸੀਂ ਮਾਂ ਨੂੰ ਨਹੀਂ ਮਾਂ ਸਮਝਦੇ, ਪਿਤਾ ਨੂੰ ਨਹੀਂ ਪਿਤਾ ਸਮਝਦੇ, ਕੁਝ ਨਹੀਂ ਬਚਦਾ, ਤੁਸੀਂ ਆਪਣੇ ਆਪ ਨੂੰ ਵੀ ਨਹੀਂ ਸਮਝਦੇ। ਇਹਦੇ ਤੋਂ ਪਾਰ ਜਾਣਾ ਹੈ ਤੇ ਫਿਰ ਜਪ ਤਪ ਵੀ ਨਾਲ ਕਰਨਾ ਪਏਗਾ। ਇਹ ਕਰਕੇ ਜਪ ਤਪ ਦੀ ਸਾਧਨਾ ਤੇ ਸਾਰੇ ਜਾਣੇ ਹੀ ਇਹ ਮਤ ਸੋਚਿਓ ਕਿ ਹੈਗੀ ਨਹੀਂ ਹੈ, ਸਭਨਾ 'ਚ। ਬਸ ਫਰਕ ਇੰਨਾ ਆ ਕਿ ਕਿਸੇ ਤੇ ਹੈਵੀ ਹੋ ਜਾਂਦੀ, ਉਹਨੂੰ ਰੋੜ ਦਿੰਦੀ ਤੇ ਜੱਗ 'ਚ ਬਦਨਾਮ ਕਰ ਦਿੰਦੀ। ਕੁਝ ਅੰਦਰ ਲੁਕਾ ਕੇ ਬੈਠੇ ਰਹਿੰਦੇ। ਸਾਰਿਆਂ ਨੇ ਤੁਸੀਂ ਚੋਰ ਰਸਤੇ ਕਿਤੇ ਨਾ ਕਿਤੇ ਕੱਢੇ ਹੋਣਗੇ, ਪਰ ਕਿੰਨਾ ਕੁ ਚਿਰ ਬਚੋਗੇ? ਖੁਦ ਸੋਚ ਕੇ ਵੇਖੋ। ਇੱਕ ਦਿਨ ਚੋਰੀ ਫੜੀ ਜਾਣੀ, ਕਿੰਨਾ ਕੁ ਦੇਰ ਚੋਰੀ ਨੂੰ ਲਗਾਓਗੇ? ਉਹ ਦਿਨ ਕੀ ਹੋਏਗਾ? ਸਾਧੂਆਂ ਨੂੰ ਸਾਰੀ ਚੀਜ਼ ਪਤਾ ਹੁੰਦੀ ਤੁਹਾਡੀ, ਪਰ ਉਹ ਸਿਰਫ ਇੱਕ ਗੱਲ ਕਰਕੇ ਚੁੱਪ ਹੁੰਦੇ ਆ ਕਿ ਜੇ ਮਹਾਰਾਜ ਨੇ ਪਰਦੇ ਕੱਜੇ ਆ ਤੇ ਬੰਦਿਆ ਤੂੰ ਕੌਣ ਹੁੰਨਾ ਪਰਦਾ ਚੁੱਕਣ ਵਾਲਾ? ਇਹ ਮਤ ਸੋਚੋ ਕਿ ਜੇ ਤੁਸੀਂ ਕਿਸੇ ਸਾਧੂ ਦੇ ਕੋਲ ਆ ਤੇ ਉਹ ਕੁਝ ਨਹੀਂ ਕਹਿਣ ਡਿਆ ਤੇ ਉਹਨੂੰ ਪਤਾ ਨਹੀਂ ਹੈਗਾ। ਹਰ ਇੱਕ ਚੀਜ਼ ਪਤਾ ਹੈ ਤੁਹਾਨੂੰ, ਬਾਰ-ਬਾਰ ਕਹਿੰਦਾ ਵੀ ਹੋਏਗਾ, ਕੋਈ ਅਭਿਆਸ ਕਰਨ ਨੂੰ ਕੁਝ ਨਾ ਕੁਝ ਛੇੜਦਾ ਹੋਏਗਾ। ਬਸ ਉਹ ਚੁੱਪ ਇਸੇ ਕਰਕੇ ਆ ਕਿ ਉਹਨੂੰ ਲੱਗਦਾ ਮੇਰੇ ਮਹਾਰਾਜ ਨੇ ਕੱਜੇ ਨੇ ਇਹਦੇ ਪਰਦੇ ਤੇ ਮੇਰਾ ਚੁੱਕਣੇ ਬੰਦੇ ਨੇ। ਉਹਨੇ ਦੇਰ ਉਹਨੇ ਕੁਝ ਨਹੀਂ ਕਹਿਣਾ ਜਿੰਨੀ ਦੇਰ ਤੱਕ ਮਹਾਰਾਜ ਨਹੀਂ ਪੜਦਾ। ਜੇ ਸੱਚ ਕਹੀਏ ਤੇ ਮਹਾਰਾਜ ਨੇ ਨਹੀਂ ਚੱਕਣਾ ਹੁੰਦਾ, ਤੁਸੀਂ ਆਪ ਹੀ ਚੁਕਾ ਲੈਣਾ। ਉਹਦੇ ਵਾਸਤੇ ਸਿੰਪਲ ਜੀਆਂ ਚੀਜ਼ਾਂ ਨੇ। ਇੱਕ ਤੇ ਜਦੋਂ 24 ਘੰਟਿਆਂ ਚੋਂ ਆਹ ਜਿਹੜੇ ਹੁਣ 4 ਮਹੀਨੇ ਆ ਨਾ, 3 3.5 4 ਮਹੀਨੇ, ਕਾਮ ਵਾਸਨਾ ਤੇ ਸਾਰੇ ਬੱਚੇ ਅਭਿਆਸ ਕਰਦੇ, ਬਹੁਤੇ ਛੋਟੇ ਨਹੀਂ ਪਰ ਤੇਰੀ ਉਮਰ ਦੇ ਪੁੱਤ ਸਾਰੇ। ਹੁਣ ਆਹ ਕੋ ਨਿੱਕੀਆਂ ਨਿੱਕੀਆਂ ਧੀਆਂ ਨੇ, ਇਹਨਾਂ ਨੂੰ ਮੈਲ ਲੱਗਣੀ ਸ਼ੁਰੂ ਹੋ ਗਈ। ਕਈ ਬੱਚਿਆਂ ਨੂੰ ਅਸੀਂ ਵੇਖਦੇ ਹਾਂ ਸੰਸਾਰ 'ਚ ਵਿਚਰਦੇ ਹਾਂ, ਉਹਨਾਂ ਨੂੰ ਅਜੇ ਸਮਝ ਵੀ ਨਹੀਂ ਹੈਗੀ ਪਰ ਮੈਲ ਲੱਗਣੀ ਸ਼ੁਰੂ ਹੋ ਗਈ। ਉਹਨਾਂ ਨੂੰ ਪੂਰੀ ਸਮਝ ਵੀ ਨਹੀਂ ਹੈਗੀ। ਦੇਖੋ ਤੇ ਇੱਜ਼ਤ ਰੋਲੂਗੀ ਕਿਤੇ ਨਾ। ਉਹਦੇ ਵਾਸਤੇ ਇੱਕ ਅਭਿਆਸ ਹੈ ਵਾਹਿਗੁਰੂ ਦਾ ਸਿਮਰਨ ਕਰਨਾ। ਆ ਜਿਹੜੀ ਨਾਭੀ ਹੁੰਦੀ ਨਾ, ਇੱਥੇ ਧੁੰਨੀ ਜਿਹਨੂੰ ਕਹਿੰਦੇ, ਇੱਥੇ ਚੋਟ ਕਰਕੇ ਕਰਨਾ। ਅੱਧੇ ਕੁ ਘੰਟੇ ਦਾ, ਅੱਧੇ ਪੌਣੇ ਘੰਟੇ ਦਾ ਰੋਜ਼ ਵੀ ਨਾ ਕਰ। ਜਿੱਦਾਂ ਆਵਾਜ਼ ਕਹਿਣਾ ਇੱਥੇ ਸੁਰਤ ਦੇ ਵਿੱਚ ਕਹਿਣਾ, ਗੁਰੂ ਜਿਹੜਾ ਇੱਥੇ ਕਹਿਣਾ, ਜਿੱਦਾਂ ਉੱਪਰ ਤੱਕ ਜ਼ੋਰ ਦੀ ਧਿਆਨ ਦੇ ਨਾਲ, ਬੜੇ ਪ੍ਰੇਮ ਦੇ ਨਾਲ। ਦੂਜੀ ਚੀਜ਼, ਜਦੋਂ ਹਿੰਮਤੀ ਹੋਵੋ ਥੋੜੇ ਜਿਹੇ, ਬਹੁਤਾ ਨਹੀਂ ਕਰਨਾ, ਬਸ ਪਛਾਣਨਾ ਕਿ ਕੁਝ ਹੁੰਦਾ ਤੇ ਕੁਝ ਨਹੀਂ। ਮੇਰੇ ਮਨ 'ਚ ਆ ਸਾਰਾ ਕੁਝ, ਬਸ ਕੁਝ ਨਹੀਂ ਕਰਨਾ। ਆਪਣੇ ਆਕਰਸ਼ਣ ਨੂੰ ਪਛਾਣਨਾ। ਥੋੜੀ ਜਿਹੀ ਕੋਸ਼ਿਸ਼ ਤੇ ਸਾਰੇ ਕਰੇ। ਗੁਰਜਪਜੀ ਹਰਮਲਾ ਸਾਹਿਬ। ਬਾਕੀ ਜਦੋਂ ਆਓਗੇ ਫਿਰ ਧੀਆਂ ਨੂੰ ਵੱਖਰਾ, ਤੁਹਾਨੂੰ ਵੱਖਰਾ, ਜਿਹੜੇ ਵੱਡੇ ਆ ਤੁਹਾਨੂੰ ਇਹ ਚੀਜ਼ ਦਾ ਜਿਹੜਾ ਮੈਂ ਡਿਟੇਲ 'ਚ ਸਮਝਾਵਾਂਗਾ, ਥੋੜਾ ਜਿਹਾ ਆਪ ਕਰੇ। ਉਹ ਤੇ ਬੜੀ ਸਿੰਪਲ ਜੀ ਗੱਲ ਏ। ਮਹਾਰਾਜ ਦਾ ਜਿਹੜਾ ਇੱਕ ਜਗਤ ਦਾ ਪਸਾਰਾ ਏ ਜੱਗ ਵੱਲ ਨੂੰ, ਉਹ ਵਾਸ਼ਨਾਵਾਂ ਤੇ ਆਕਰਸ਼ਣਾਂ ਦੇ ਜ਼ਰੀਏ ਕਿ ਤੁਹਾਡੇ ਅੰਦਰ ਮੈਲ ਆਈ ਜਾਣੀ, ਤੁਸੀਂ ਉੱਧਰ ਨੂੰ ਇਛਾਵਾਂ ਜਾਗੀ ਜਾਣੀਆਂ, ਅਟਰੈਕਸ਼ਨਾਂ ਵਧੀ ਜਾਣੀਆਂ, ਤੁਸੀਂ ਉਹਨੂੰ ਦੌੜੀ ਜਾਣਾ। ਤੇ ਜਿਹੜੀਆਂ ਸਮਾਜ ਨੇ ਐਕਸੈਪਟ ਕੀਤੀਆਂ ਉਹ ਤੁਸੀਂ ਖੁੱਲ੍ਹ ਕੇ ਕਰ ਲੈਣੀਆਂ, ਜਿਹੜੀਆਂ ਨਹੀਂ ਕੀਤੀਆਂ ਉਹਦੇ ਚੋਰ ਰਸਤੇ ਲੱਗ ਜਾਣੇ। ਸਿੰਪਲ ਜੀ ਗੱਲ। ਤੇ ਸੰਸਾਰ ਵੱਲ ਨੂੰ ਆਹ ਸੁਰਤ ਸਾਰਾ ਦਿਨ ਸੰਸਾਰ ਵੱਲ ਨੂੰ ਦੌੜੀ ਰਹਿਣੀ। ਇਹਦਾ ਥੋਟ, ਇਹਦੀਆਂ ਚੀਜ਼ਾਂ ਸਭ ਇਹਨੇ 24 ਘੰਟੇ ਉੱਧਰ ਨੂੰ ਬਸ ਬੁਣਦੇ ਰਹਿਣਾ, ਇਹਨੇ ਚੱਲਦੇ ਰਹਿਣਾ।
ਜਿਹੜਾ ਪਰਮਾਤਮਾ ਜੀ ਦਾ ਰਸਤਾ ਹੈ ਉਹ ਅੰਦਰ ਵੱਲ ਨੂੰ ਹੈ, ਬਾਹਰ ਵੱਲ ਨੂੰ ਨਹੀਂ ਹੈ। ਬਾਹਰ ਪਸਾਰਾ ਹੈ, ਇੱਦਾਂ ਤੇ ਉਹ ਆਇਆ ਹੈ, ਇਹ ਪਸਾਰਾ ਹੈ। ਇਹ ਜਿੰਨਾ ਫਸਦੇ ਜਾਓਗੇ ਗਾਂ ਦੀ ਗਾਂ ਕਈ ਜਨਮ ਬੀਤ ਜਾਣੇ ਫਿਰ ਪੀੜਾ ਦੇ ਵਿੱਚ ਤੇ ਦੁੱਖਾਂ ਦੇ ਵਿੱਚ। ਤੇ ਸੱਚ ਜਾਣਿਓ ਤੁਸੀਂ ਮੁਕਤ ਨਹੀਂ ਹੋ ਸਕਦੇ। ਮਹਾਰਾਜ ਵੱਲ ਨੂੰ ਜਾਣਾ ਹੈ ਤੇ ਫਿਰ ਗੁਣਾ ਵੱਲ ਨੂੰ, ਉਹਦੇ ਵੱਲ ਨੂੰ, ਅੰਦਰ ਵੱਲ ਨੂੰ, ਫਿਰ ਬਾਹਰ ਵੱਲ ਨੂੰ ਨਹੀਂ, ਫਿਰ ਮੰਗਾਂ ਵੱਲ ਨੂੰ ਨਹੀਂ, ਫਿਰ ਭਾਣੇ ਵੱਲ ਨੂੰ, ਅੰਦਰ ਨੂੰ। ਆਪਣੀ ਊਰਜਾ ਦੀ ਪਹਿਚਾਣ ਕਰਿਓ ਤੇ ਤਗੜੇ ਹੋ ਕੇ ਕਰਿਓ, ਕਿਉਂਕਿ ਮਹਾਰਾਜ ਇਸ਼ਾਰੇ ਦੇਣ ਲੱਗ ਪਏ। ਆਪ ਜੀ ਦੇ ਆਲੇ ਦੁਆਲੇ ਕੁਝ ਘਟਨਾਵਾਂ ਇਦਾਂ ਦੀਆਂ ਘਟਣ ਲੱਗ ਪਈਆਂ ਕਿ ਇਸ਼ਾਰੇ ਹੋਣ ਲੱਗ ਪਏ ਵੀ ਹੁਣ ਇਹਦੀ ਲੋੜ ਹੈ। ਇਹ ਕਰਕੇ ਕਮਾਈ ਕਰਿਓ ਤਗੜੇ। ਤੇ ਜੋ ਤੁਸੀਂ ਬਣਨਾ ਹੋਵੇ ਬਸ ਉਹਨੂੰ ਚਿਤਵੀਦਾ ਹੋਈਦਾ। ਪੁਰਾਣੇ ਰਿਸ਼ੀਆਂ ਮੁਨੀਆਂ ਦੇ ਮਾਰਗ ਦੇ ਵਿੱਚ ਨਾ ਉਹ ਕਹਿੰਦੇ ਹੁੰਦੇ ਸੀ ਕਿ ਜੇ ਤੁਸੀਂ ਪਰਮਾਤਮਾ ਨੂੰ ਪਾਉਣਾ ਹੈ, ਬ੍ਰਹਮ ਨੂੰ ਪਾਉਣਾ ਹੈ, ਤੇ ਫਿਰ ਵਾਸ਼ਨਾ ਵੱਲ ਨੂੰ ਨਹੀਂ ਜਾਣਾ। ਫਿਰ ਤੁਸੀਂ ਸਾਰਿਆਂ ਨੇ ਸੁਖਮਨਾ ਬਾਰੇ ਪੜ੍ਹਿਆ ਹੋਏਗਾ ਕਿ ਸੁਖਮਨਾ ਨਾੜੀ ਹੁੰਦੀ ਏ, ਉਹਦੇ 'ਚ ਸ਼ਕਤੀ ਉੱਪਰ ਨੂੰ ਚੱਲਦੀ ਏ, ਉਹ ਚੱਕਰ ਖੋਲਦੀ ਜਾਂਦੀ ਏ, ਫਿਰ ਉਹ ਦਸਮ ਦਵਾਰ ਜਾਂਦੀ, ਦਸਮ ਦੁਆਰਾ ਖੋਲਦਾ ਹੈ। ਸਾਰਿਆਂ ਨੇ ਪੜ੍ਹਿਆ ਹੋਏਗਾ, ਸਾਰਿਆਂ ਨੇ ਸੁਣਿਆ ਹੋਏਗਾ ਕਿਤੇ ਨਾ ਕਿਤੇ। ਸਮਝਾਉਣ ਦਾ ਤਰੀਕਾ ਅਲੱਗ ਹੀ ਪਰ ਹੁੰਦਾ ਇਹਦਾ। ਹਰ ਚੀਜ਼ ਦੀ ਟਰਾਂਸਫਰਮੇਸ਼ਨ ਹੈ। ਉਹ ਵੇਖੋ ਪਿੱਛੇ ਡਾਕਟਰ ਸਾਹਿਬ ਬੈਠੇ, ਇਹਨਾਂ ਨੂੰ ਇੱਕ ਰਾਹੀਂ ਰਿਸਰਚ ਕਰਨ ਡਾਇਆ ਸੀ। ਇਹਨਾਂ ਨੇ ਪੂਰੀ ਪਤਾ ਨਹੀਂ ਕੀਤੀ ਕਿ ਨਹੀਂ ਕੀਤੀ, ਪਰ ਅੱਧੀ ਕਿ ਇਹਨਾਂ ਨੇ ਕੀਤੀ ਹੈ। ਤੇ ਜਿਵੇਂ ਬੰਦਿਆਂ ਦੇ ਵਿੱਚ ਟੈਸਟੋਸਟੀਰੋਨ ਹੁੰਦਾ, ਉਹ ਜਦੋਂ ਗਲੈਂਡ 'ਚ ਜਾਂਦਾ ਤੇ ਉਹਦੇ ਬਾਹਰੀ ਜਿਹੜੀ ਸੈੱਲਾਂ ਦੀ ਪਰਤ ਆ ਉਹ ਜਦੋਂ ਮਿਕਸ ਹੁੰਦਾ ਆ ਉਹਦੇ ਨਾਲ, ਤੇ ਫਿਰ ਜਾ ਕੇ ਜਿਹੜਾ ਆ ਉਹ ਬਿੰਦ ਬਣਦਾ, ਜਿੱਥੋਂ ਅੱਗੇ ਪ੍ਰਕਿਰਤੀ ਜਨਮ ਲੈਂਦੀ, ਕੁਦਰਤ ਜਨਮ। ਪਰ ਜੇ ਇੱਥੋਂ ਸੋਚੋ ਨਾ, ਜੇ ਤੁਸੀਂ ਇੱਥੇ ਕਾਮ ਵਾਸ਼ਨਾ ਤੁਹਾਡੇ ਥੌਟ 'ਚ ਨਾ ਹੋਵੇ ਤੇ ਉਹ ਬਣਨਾ ਨਹੀਂ, ਉਧਰ ਨੂੰ ਜਾਣਾ ਨਹੀਂ ਉਹਨੇ। ਉਹੀ ਹਾਰਮੋਨ ਹੈ। ਜੇ ਤੁਸੀਂ ਮਸਲ ਡੰਬਲ ਕਰੋ, ਉਧਰ ਕਰੋ, ਤੇ ਉਹਨੇ ਤੁਹਾਡੀ ਬੋਡੀ ਨੂੰ ਉਧਰ ਲੱਗਣਾ ਹੁੰਦਾ। ਜਿੱਧਰ ਨੂੰ ਤੁਸੀਂ ਧਿਆਨ ਦਿਓਗੇ, ਜਿੱਧਰ ਨੂੰ ਸੋਚੋਗੇ, ਉਹਨੇ ਉਧਰ ਨੂੰ ਯਾਤਰਾ ਕਰ ਜਾਣੀ। ਇਹ ਕਰਕੇ ਉਹ ਸਹੀ ਕਹਿੰਦੇ ਸੀ ਕਿਸੇ ਟਾਈਮ ਕਿ ਇਹ ਉੱਪਰ ਨੂੰ ਜਿਹੜਾ ਚੱਲਦਾ ਹੈ, ਬਸ ਉਹਨਾਂ ਦਾ ਤਰੀਕਾ ਡਿਫਰੈਂਟ ਥੋੜਾ ਸਮਝਾਉਂਦਾ। ਇਹ ਕਰਕੇ ਇਹ ਜੇ ਤੁਸੀਂ ਉਹ ਪਰ ਪਿਆਰੇ ਵੱਲ ਨੂੰ ਜਾਣਾ ਹੈ, ਫਿਰ ਪਿਆਰੇ ਨੂੰ ਚਿਤਵੋ, ਪਿਆਰੇ ਨੂੰ ਯਾਦ ਕਰੋ। ਨਹੀਂ ਤੇ ਜੋ ਚਿਤਵੋਗੇ, ਰੂਪ ਚਿਤਵੋਗੇ, ਕਾਮੀ ਹੋਵੋਗੇ, ਲੋਭ ਚਿਤਵੋਗੇ, ਚੋਰ ਬਣੋਗੇ, ਹਉਮੈ ਚਿਤਵੋਗੇ ਤੇ ਲੜਾਕੂ ਤੇ ਹੰਕਾਰੀ ਤੇ ਨਫ਼ਰਤੀ ਹੋਵੋਗੇ। ਜੋ ਚਿਤਵੋਗੇ ਉਹਦੇ ਰਿਜ਼ਲਟ ਉਹ ਮਿਲਣਗੇ। ਇੱਕੋ ਹੀ ਇੱਕ ਪਿਆਰਾ, ਜੇ ਉਹਨੂੰ ਚਿਤਵੋਗੇ, ਉਹਨੂੰ ਯਾਦ ਕਰਦੇ ਰਹੋਗੇ ਤੇ ਤੁਹਾਡੇ ਅੰਦਰ ਉਹਦੇ ਗੁਣ ਪ੍ਰਗਟ ਹੋਣਗੇ, ਉਹਦੇ ਵਰਗੇ ਹੋਵੋਗੇ। ਸਾਰਾ ਸੰਸਾਰ ਜਿਹੜਾ ਹੈ ਉਹ ਲੜੀ ਜਾਂਦਾ। ਲੈ ਗੁਰੂ ਮਹਾਰਾਜ ਦੇ ਇਹਦੇ 4 ਵਿਆਹ ਸੀ, ਇਹਦੇ 3 ਵਿਆਹ ਸੀ। ਉਹਨਾਂ ਨੂੰ ਅਜੇ ਤੱਕ ਨਹੀਂ ਸਮਝ ਆਉਂਦੀ ਕਿ ਜਿਸ ਕਾਮ ਵਾਸ਼ਨਾ ਦੀ ਨਜ਼ਰ ਨਾਲ ਤੁਸੀਂ ਵੇਖਣ ਡਏ ਆ, ਉਹਦੇ 'ਚ ਹੈ ਨਹੀਂ ਆ ਜਿਹਨੂੰ ਵੇਖਣ ਡਏ। ਉਹਦੇ ਵਿਆਹ ਕਾ ਵਾਸ਼ਨਾ ਅਧੀਨ ਨਹੀਂ ਹੋਏ। ਰਾਜਿਆਂ ਦੇ ਹੁੰਦੇ ਹੋਣਗੇ ਵਾਸ਼ਨਾ ਦੇ ਵੀ, ਉਹਦੇ ਵਾਸ਼ਨਾ ਅਧੀਨ ਨਹੀਂ ਹੈਗੇ। ਉਹ ਕੋਈ ਪ੍ਰੇਮ ਦਾ ਰੰਗ ਹੈ, ਕੋਈ ਸਦੀਆਂ ਦਾ ਜੋੜ ਆ, ਕੋਈ ਇਹਦੀ ਸਦੀਆਂ ਦੀ ਭਗਤੀ ਹੈ, ਤਾਂ ਉਹਨੂੰ ਉਹ ਰਿਸ਼ਤਾ ਨਸੀਬ ਹੁੰਦਾ ਹੈ। ਹੁਣ ਮਾਤਾ ਸਾਹਿਬ ਕੌਰ ਦੀ ਕਿਤੇ ਥੋੜੀ ਜਿਹੀ ਭਗਤੀ, 5ਵੇਂ ਘਰ 'ਚੋਂ ਗੰਗਾ ਆ, ਵਹਿਣ ਆ, ਇੱਕ ਜੀਵਨ ਦੀ ਧਾਰਾ ਆ ਬੜੀ ਸੋਹਣੀ। 10ਵੇਂ ਘਰ 'ਚੋਂ ਸਾਹਿਬ ਆ, ਤੇ ਜਿੱਥੇ ਉਹ ਸਾਹਿਬ ਆ ਉਹ ਕਿਸੇ ਦੀ ਪਤਨੀ ਨਹੀਂ ਹੋ ਸਕਦਾ। ਉਹਦੀ ਖੂਬਸੂਰਤੀ ਉਹਦੇ 'ਚ ਆ ਕਿ ਉਹ ਪਤਨੀ ਨਹੀਂ ਹੋ ਸਕਦਾ 10ਵੇਂ ਘਰ। ਹੁਣ ਰੌਲਾ ਇਹ ਆ ਕਿ ਜੇ ਤੁਸੀਂ ਜਿਹੜਾ ਹੈ ਉਹ ਦੂਜੇ ਘਰ 'ਚ ਖੀਵੀ ਨਹੀਂ ਹੁੰਦੇ। ਖੀਵੀ ਦਾ ਮਤਲਬ ਹੁੰਦਾ ਰੰਗਿਆ ਹੋਇਆ, ਤੇ ਫਿਰ ਵਹਿਣ ਨਹੀਂ, ਗੰਗਾ ਨਹੀਂ ਹੋ ਸਕਦੇ। ਜੇ 5ਵੇਂ ਘਰ 'ਚ ਗੰਗਾ ਨਹੀਂ ਹੁੰਦੇ ਤੇ 10ਵੇਂ ਘਰ ਤੱਕ ਜਿਹੜਾ ਹੈ ਤੁਸੀਂ ਸਾਹਿਬ ਨਹੀਂ ਹੋ ਸਕਦੇ।
ਇਹ ਇੱਕ ਗੁਰੂ ਮਹਾਰਾਜ ਦੇ ਬੜੇ ਸੋਹਣੇ ਰੰਗ ਆ ਜਿਹੜੇ ਉਹਨਾਂ ਨੇ, ਇਹ ਸਿਰਫ ਨਾਮ ਨਹੀਂ ਨੇ ਗੁਰੂ ਘਰ ਦੇ ਮਹਿਲਾਂ ਦੇ, ਬੱਚਿਆਂ ਦੇ, ਸਿੰਘਾਂ ਦੇ, ਇਹਦੇ ਪਿੱਛੇ ਜੀਵਨ ਦੀਆਂ ਬੜੇ ਰੰਗ ਛੁਪੇ। ਪਰ ਖੇਡ ਇਹ ਹੈ ਕਿ ਆਪਾਂ ਨੂੰ ਉਹ ਡਾਇਮੈਂਸ਼ਨ ਦੀ ਜ਼ਿੰਦਗੀ ਦੀਆਂ ਜਾਣੀਆਂ ਪੈਣੀਆਂ, ਖੋਜਣੀਆਂ ਪੈਣੀਆਂ, ਪ੍ਰਾਪਤ ਕਰਨੀਆਂ ਪੈਣੀਆਂ। ਨਹੀਂ ਕਰੋਗੇ ਤੇ ਫਿਰ ਇਦਾਂ ਹੀ ਉੱਤੋਂ ਮੰਗ ਲਿਆ, ਉੱਤੋਂ ਮੰਗ ਲਿਆ, ਕਦੀ ਕਿਤੇ ਮੰਗਤੇ, ਕਦੀ ਕਿਤੇ ਮੰਗ ਲਿਆ, ਕਦੀ ਕਿਤੇ ਧੋਖਾ, ਕਦੀ ਕਿਤੇ ਧੋਖਾ, ਕਦੀ ਕਿਤੇ ਪੀੜਾ, ਕਦੀ ਕਿਤੇ ਪੀੜਾ। ਨਹੀਂ ਤੇ ਆਪਣੇ ਮਨ ਨੂੰ ਖੋਜ ਲਿਓ। ਤੁਸੀਂ ਸਵਾਰਥੀ ਆ, ਜੇ ਤੁਸੀਂ ਸਵਾਰਥੀ ਆ, ਤੁਸੀਂ ਸਵਾਰਥ ਤੇ ਚੱਲਦੇ ਆ, ਤੁਸੀਂ ਆਪਣੀ ਸਵਾਰਥ ਦੇ ਨਾਲ ਮਨ ਮਰਜ਼ੀ ਕਰਦੇ ਆ, ਤੁਹਾਨੂੰ ਤੁਹਾਡੇ ਸਵਾਰਥ ਤੋਂ ਸੁੱਖ ਮਿਲਦਾ ਹੈ, ਇਟ ਮੀਨਸ ਦੂਜਾ ਵੀ ਤਾਂ ਸੇਮ ਹੀ ਹੈ। ਕੋਈ ਨਹੀਂ ਨਿਭਾਏਗਾ ਇੱਥੇ ਤੁਹਾਡੇ ਨਾਲ। ਇਹ ਕਰਕੇ ਕਮਾਈ ਕਰਿਓ, ਨਾਭੀ ਤੇ ਚੋਟ ਕਰਕੇ ਸਿਮਰਨ ਕਰਨਾ। ਆਪਣੀਆਂ ਸੋਚਾਂ, ਜਦੋਂ ਸੋਚ ਮੈਲੀ ਹੋਵੇ ਉਸੇ ਵੇਲੇ ਮਹਾਰਾਜ ਨੂੰ ਯਾਦ ਕਰਨਾ, ਉਹਦੇ ਚਰਨਾਂ 'ਚ ਬੇਨਤੀ ਕਰਨੀ, ਉਸੇ ਵੇਲੇ ਤਰਲੇ ਲੈਣੇ ਕਿ ਮਹਾਰਾਜ ਮੈਨੂੰ ਆਪਣੀ ਕਲਗੀ ਵਾਲੇ ਸੱਚੇ ਪਾਤਸ਼ਾਹ ਮੈਨੂੰ ਆਪਣੀ ਧੀ ਬਣਾ ਲਾ, ਬਸ ਮੈਨੂੰ ਆਪਣਾ ਪੁੱਤ ਬਣਾ ਲਾ, ਬਸ ਉਸੇ ਵੇਲੇ। ਇਹ ਜਿਹੜੇ 3.5 ਮਹੀਨੇ ਆ, ਯੂਟਿਊਬਾਂ ਬੰਦ ਕਰ ਦਿਓ, ਰੂਪ ਵੇਖਣਾ ਬੰਦ ਕਰ ਦਿਓ, ਇਹਦਾ ਇੱਕੋ ਹੀ ਪਰਹੇਜ਼ ਹੁੰਦਾ। ਇੱਧਰੋਂ ਇਹ ਕਰ ਜਾਓਗੇ, ਉੱਧਰ ਉਹ ਨਾਲ ਕਰ ਜਾਓਗੇ, ਤੁਹਾਨੂੰ 3.5 ਮਹੀਨਿਆਂ 'ਚ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਣੇ ਜਦੋਂ ਨੂੰ ਅਸੀਂ ਆਉਣਾ। ਇਹ ਕਰਕੇ ਤਗੜੇ ਹੋ ਕੇ ਇਹ ਅਭਿਆਸ ਕਰਿਓ। ਸਾਰਿਆਂ ਨੂੰ ਸਮਝ ਆ ਗਈ? ਨਹੀਂ ਤੇ ਪੁੱਤ ਹੁਣ ਉਮਰ ਜੇ ਇੱਥੋਂ ਮੁੜ ਗਏ ਤੇ ਮੁੜ ਗਏ, ਨਹੀਂ ਤੇ ਤੁਸੀਂ ਬੁੱਢੇ ਬਾਰੇ ਹੋਣ ਤੱਕ ਜਿਹੜਾ ਹੈ ਉਹ ਬਾਅਦ 'ਚ ਕੋਈ ਨਹੀਂ ਛਡਾ ਸਕਦਾ। ਤੇ ਫਿਰ ਇਹ ਸੰਸਾਰ ਤੇ ਹੀ ਵੇਖਿਆ ਹੈ, ਬੜਿਆਂ ਨੇ ਬਾਣੇ ਪਾਏ ਨੇ, ਬੜੇ ਆਪਣੇ ਆਪ ਨੂੰ ਧਾਰਮਿਕ ਦੱਸਦੇ ਨੇ, ਅੰਦਰ ਕੋੜ ਨਾ ਭਰੇ ਸਾਰੇ। ਜੇ ਤੁਸੀਂ ਵੀ ਉੱਦਾਂ ਦੇ ਬਣਨਾ, ਫਿਰ ਇਹ ਤੋਂ ਅਗਲੀ ਯਾਤਰਾ ਤੁਹਾਡੀ ਸਾਡੇ ਨਾਲ ਨਹੀਂ ਚੱਲਣੀ। ਇਹ ਵੀ ਗੱਲ ਦਾ ਇਹ ਕਰਕੇ ਤਗੜੇ ਹੋ ਕੇ ਕਮਾਇਓ, ਸੋਹਣੇ ਬਣਿਓ, ਰੰਗ ਵਾਲੇ ਬਣਿਓ। ਆਹ ਵੱਡੇ ਸਿੰਘ ਬੈਠੇ ਆ, ਉਹ ਡਾਕਟਰ ਸਾਹਿਬ ਹੁਣੀ ਕਈ ਜਾਣੇ ਬੈਠੇ ਹੋਣਗੇ। ਜਦੋਂ ਵੀ ਮੈਲ ਆਉਂਦੀ ਹੈ, ਹੁਣ ਕਈ ਸਿੰਘ ਸਾਡੇ ਬਹੁਤ ਕੋਲ ਆ ਜਾਂਦੇ, ਕਈ ਸਿੰਘ ਦੂਰ ਹੋ ਜਾਂਦੇ, ਕਿਸੇ ਨੂੰ ਨਹੀਂ ਕਰਦੇ, ਅਸੀਂ ਕਹਿੰਦੇ ਹੀ ਕਿਸੇ ਨੂੰ ਕੁਝ ਨਹੀਂ। ਜਦੋਂ ਅੰਦਰ ਮੈਲ ਆਉਂਦੀ ਹਉਮੈ ਦੀ, ਕਿਸੇ ਨਾ ਕਿਸੇ ਚੀਜ਼ ਦੀ, ਮਹਾਰਾਜ ਆਪਣੇ ਆਪ ਦੂਰੀ ਬਣਾ ਦਿੰਦੇ, ਉਹ ਪਰੇ ਕੱਢ ਕੇ ਬਾਹਰ ਮਾਰਦੇ ਉਸੇ ਵੇਲੇ। ਕਿਉਂਕਿ ਰਸਤੇ ਦੋ ਅਲੱਗ-ਅਲੱਗ ਨੇ ਨਾ, ਇੱਕ ਨੇ ਐ ਨੂੰ ਜਾਣਾ, ਇੱਕ ਨੇ ਐ ਨੂੰ ਜਾਣਾ, ਕਿੱਦਾਂ ਚੱਲੂਗਾ? ਇਕੱਠੇ ਤਾਂ ਹੀ ਚੱਲ ਸਕਦੇ ਜੇ ਇੱਕੋ ਪਾਸੇ ਨੂੰ ਚੱਲਦੇ ਹੋਈਏ। ਤੇ ਖਾਸ ਕਰਕੇ ਜਿੱਦਾਂ ਇਹ ਨਹੀਂ ਹੈ ਕਿ ਸਾਨੂੰ ਵੀ ਪਤਾ ਨਹੀਂ ਹੈ, ਤੁਹਾਡਾ ਅੱਬਾ ਦੱਸਦਾ, ਅੱਖਾਂ ਦੱਸਦੀਆਂ, ਤੁਹਾਡੇ ਬਹਿਣ ਦਾ ਢੰਗ, ਵੇਖਣ ਦਾ, ਸਭ ਕੁਝ ਦੱਸ ਦਿੰਦਾ, ਕੋਈ ਦਿੱਕਤ ਨਹੀਂ ਹੈਗੀ। ਪਰ ਸਿਰਫ ਇਹ ਕਰਕੇ ਕਈ ਵਾਰ ਮੁੱਲ ਲੈ ਲੈਂਦੇ ਆ ਉਹ, ਹੈ ਨਾ, ਜਿੱਦਾਂ ਅੱਗੇ ਡੇ ਹਾਂ। ਹੁਣ ਕਈ ਵਾਰ ਹੋ ਸਕਦਾ ਆ ਕਿ ਤੁਹਾਡੇ 'ਚੋਂ ਕੋਈ ਨਾਮ ਹੀ ਬਦਨਾਮ ਕਰਾਵੇ ਕਿ ਲੈ ਇਹ ਤੇ ਖਾਲਸਾ ਜੀ ਦਾ ਬੜਾ ਖਾਸ ਹੀ ਨਾਲ ਰਹਿੰਦਾ ਹੁੰਦਾ। ਪਰ ਰੌਲਾ ਇਹ ਹੈ ਕਿ ਜੇ ਤੁਹਾਨੂੰ ਪੁੱਤ ਮੰਨਿਆ ਏ, ਤੁਹਾਨੂੰ ਧੀਆਂ ਮੰਨਿਆ ਏ, ਪੁੱਤ ਮੰਨਿਆ ਏ, ਆਪਣੇ ਮੰਨਿਆ ਏ, ਫਿਰ ਇਹ ਰਿਸਕ ਸਾਨੂੰ ਲੈਣਾ ਪੈਣਾ। ਹਾਂ, ਜੇ ਸਾਡਾ ਪਖੰਡ ਦਾ ਪਿਆਰ ਹੋਏਗਾ ਤੁਹਾਡੇ ਨਾਲ, ਤੇ ਫਿਰ ਅਸੀਂ ਕਹਾਂਗੇ ਅਸੀਂ ਆਪਣਾ ਨਾਂ ਕੋ ਬਦਨਾਮ ਕਰਾਈਏ, ਦਫਾ ਕਰ ਇਹਨਾਂ ਨੂੰ, ਥਾਂ ਬਾਹਰ ਕੱਢੋ, ਆ ਜਿਹੜਾ ਕਰਦਾ ਇਹਨੂੰ ਬਾਹਰ ਕੱਢੀ ਚੱਲੋ। ਪਰ ਰੌਲਾ ਇਹ ਆ ਕਿ ਸਾਡੇ ਕੋਲ ਉਹ ਪਖੰਡ ਹੁੰਦਾ ਨਹੀਂ। ਜੇ ਤੁਹਾਨੂੰ ਸੱਚੇ ਮਨੋਂ ਮੰਨਿਆ ਏ ਤੇ ਫਿਰ ਇਹ ਰਿਸਕ ਸਾਨੂੰ ਲੈਣਾ ਪਏਗਾ। ਪਰ ਇਹ ਵੀ ਗੱਲ ਹੈ ਕਿ ਅਸੀਂ ਲੈ ਜਾਣਾ, ਉਹਨੇ ਤੁਹਾਨੂੰ ਕੱਢ ਕੇ ਬਾਹਰ ਮਾਰਨਾ, ਉਹਨੇ ਬਹੁਤਾ ਚਿਰ ਨਹੀਂ ਕਰਨਾ। ਇਹ ਕਰਕੇ ਕਮਾਈ ਕਰਿਓ ਪੁੱਤ ਤਗੜੇ ਹੋ ਕੇ। ਤੇ ਜੇ ਇਹ ਜ਼ਿੰਦਗੀ 'ਚ ਸੋਹਣੇ ਹੀ ਨਾ ਬਣੇ, ਗੁਣਾਂ ਦੀ ਕਮਾਈ ਨਾ ਕੀਤੀ, ਤੇ ਪਹੁੰਚੋਗੇ ਕਿੱਥੇ? ਤਗੜੇ ਹੋ ਕੇ ਕਮਾਓਗੇ ਨਾ। ਗੁਰੂਪ ਸਮਝ ਆਈ ਕਿ ਨਹੀਂ ਆਈ? ਨਾਮ ਜਪਣਾ ਨਾਭੀ ਤੇ ਚੋਟ ਕਰਕੇ। ਆ ਜਿਹੜਾ ਇਹਨੂੰ ਬਹੁਤਾ ਭੱਜਣ ਨਹੀਂ ਦੇਣਾ। ਤੇ ਫੋਨ ਫਾਨ ਛੱਡ ਦਿਓ ਸਾਰੇ ਜਾਣੇ। ਫੋਨ ਸਿਰਫ ਓਨਾ ਹੀ ਜਿੰਨਾ ਤੁਹਾਡੇ ਸਕੂਲ ਕਾਲਜ ਦਾ ਕੰਮ, ਉਹ ਤੋਂ ਵੱਧ ਫੋਨ ਦਾ ਜਿਹੜਾ ਇੱਧਰ ਉੱਧਰ ਦਾ ਰੌਲਾ ਨਾ ਸਾਰਾ ਛੱਡ ਦਿਓ। ਠੀਕ ਹੈ? ਉਹ ਜਿਹੜੇ ਮਾਤਾ ਪਿਤਾ ਉਹਨਾਂ ਨੂੰ ਤੇ ਬੂਹਾ ਢੋ ਕੇ ਕਹਿ ਸਕਦੇ ਹੋ ਕਲਾਸ ਲੱਗੀ ਹੈ, ਅਸੀਂ ਆਹ ਕਰਨ ਨਹੀਂ, ਆਹ ਕਰਨ ਨਹੀਂ। ਸਾਨੂੰ ਨਹੀਂ ਇਹ ਗੱਲ ਸਮਝਾ ਸਕਦੇ ਤੁਸੀਂ।
ਇਹ ਕਰਕੇ ਤਗੜੇ ਹੋ ਕੇ ਕਮਾਈ ਕਰਿਓ। ਫਿਰ ਅਸੀਂ ਆ ਕੇ ਵੇਖਾਂਗੇ, ਝੱਟ ਪਤਾ ਲੱਗ ਜਾਣਾ ਤੁਹਾਡੇ ਚਿਹਰੇ ਤੋਂ। ਬਾਕੀ ਗੱਲਾਂ ਛੱਡੋ, ਤੁਹਾਡੇ ਚਿਹਰੇ ਤੋਂ ਵੀ ਨਾ ਪਤਾ ਲੱਗੇ, ਤੁਸੀਂ ਜਦੋਂ ਦੌੜ ਕੇ ਸਾਨੂੰ ਬੁਲਾਉਣ ਆਉਣਾ ਉੱਤੋਂ ਹੀ ਪਤਾ ਲੱਗ ਜਾਣਾ। ਜੇ ਤੁਸੀਂ ਕਮਾਇਆ ਹੋਇਆ ਤੇ ਤੁਹਾਡਾ ਅੰਦਰੋਂ ਜੀ ਕਰਨਾ ਦੌੜ ਕੇ ਮਿਲਣ ਨੂੰ, ਤੇ ਜੇ ਗੜਬੜ ਕੀਤੀ ਹੋਈ ਫਿਰ ਤੁਸੀਂ ਡਰਦੇ ਡਰਦੇ ਪਿੱਛੇ ਰਹਿਣਾ। ਤੁਹਾਨੂੰ ਪਤਾ ਲੱਗ ਜਾਣਾ, ਬਾਕੀਆਂ ਨੂੰ ਕੀ ਪਤਾ ਲੱਗਣਾ। ਇਹ ਤੇ ਇੱਕ ਤੁਹਾਨੂੰ ਛੋਟਾ ਜਿਹਾ ਅਸੀਂ ਦੱਸ ਦਿੰਦੇ ਛੋਟ ਦਾ। ਠੀਕ ਹੈ, ਠੀਕ ਹੈ, ਨਹੀਂ ਪਤਾ ਇਹ ਤਾਂ ਕਰੇਗਾ ਨਾ ਤੂੰ ਪੁੱਤ, ਸਾਰਿਆਂ ਤੋਂ ਵੱਡਾ, ਤੂੰ ਸਾਰਿਆਂ ਦੀ ਸੰਭਾਲ ਕਰਨੀ, ਤਗੜਾ ਹੋ ਕੇ ਮਿਹਨਤ ਕਰੀ। ਤੇ ਵੱਡੇ ਵੀ ਕਰਿਓ ਭਾਈ, ਸਾਰੇ ਜਾਣੇ ਆਕਰਸ਼ਣ ਦੀ ਚੰਗੀ ਤਰ੍ਹਾਂ ਖੋਜ ਕਰਿਓ। ਇੱਕ ਚੀਜ਼ ਆਪ ਜੀ ਨੂੰ ਦੱਸ ਦਈਏ, ਵਾਸ਼ਨਾ ਕਦੀ ਕਿਸੇ ਦੀ ਤ੍ਰਿਪਤ ਨਹੀਂ ਹੋਈ, ਕਦੀ ਨਹੀਂ ਹੁੰਦੀ। ਜੋ ਮਰਜ਼ੀ ਕਰ, ਸਤਿਗੁਰੂ ਨੇ ਬਾਣੀ 'ਚ ਬੜਾ ਸਪਸ਼ਟ ਚੀਜ਼ਾਂ ਕਹੀਆਂ ਨੇ। ਉਹਨਾਂ ਨੇ ਕਿਹਾ ਇੱਕ ਵਾਰੀ ਨਹੀਂ, ਲੱਖਾਂ ਵਾਰੀ, ਲੱਖਾਂ ਭੋਗ ਲਾ, ਪਰ ਇਹ ਤ੍ਰਿਪਤ ਨਹੀਂ ਹੋਣੀ, ਹੈ ਵੱਧਦੀ ਜਾਣੀ। ਇਹਦਾ ਇੱਕੋ ਹੀ ਤਰੀਕਾ ਹੈ ਕਿ ਤੁਸੀਂ ਗੁਰੂ ਮਹਾਰਾਜ ਦੇ ਰੰਗ 'ਚ ਜ਼ਿਆਦਾ ਰਹੋ, ਉਹਦੀ ਸਿਫਤ ਸਲਾਹ 'ਚ ਜ਼ਿਆਦਾ ਰਹੋ, ਉਹਨੂੰ ਜ਼ਿਆਦਾ ਯਾਦ ਕਰੋ। ਤੇ ਜਦੋਂ ਇਹ ਤੁਹਾਨੂੰ ਜ਼ਿਆਦਾ ਤੰਗ ਕਰਦੀ ਹੈ, ਗੁਰੂ ਮਹਾਰਾਜ ਕੋਲ ਮਾਫੀ ਮੰਗ ਕੇ, ਤੇ ਤੋਂ ਦੌੜਨਾ ਵੀ ਨਹੀਂ ਹੈ ਡਰ ਕੇ, ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਸਿਖਾਇਆ ਹੈ। ਆ ਹੁਣ ਤੁਸੀਂ ਵੱਡੇ ਆ ਤੇ ਤੁਸੀਂ ਕਿਉਂ ਮਰਨ ਡਏ ਅਜੇ ਤੱਕ ਇਹਦੇ 'ਚ? ਕਿਉਂਕਿ ਤੁਹਾਨੂੰ ਸਿਖਾਇਆ ਡਰ ਕੇ ਦੌੜ ਜਾਓ ਇੱਥੋਂ, ਇਹਦਾ ਜ਼ਿਕਰ ਹੀ ਨਾ ਕਰੋ। ਕਬੂਤਰ ਜਿਹੜਾ ਹੈ ਉਹ ਬਿੱਲੀ ਆ ਜੇ ਤੇ ਅੱਖਾਂ ਮੀਟਣ ਨਾਲ ਬਚਦਾ ਨਹੀਂ, ਖਾ ਜਾਂਦੀ ਉਹਨੂੰ। ਬਸ ਚੁੱਪ ਕਰਕੇ ਪਿੱਛੇ ਬਹਿ ਕੇ ਗੁਰੂ ਮਹਾਰਾਜ ਦੀ ਗੋਦ 'ਚ ਬਹਿ ਕੇ, ਉਹਦੇ ਗੁਰੂ ਮਹਾਰਾਜ ਦਾ ਜਿੱਦਾਂ ਘੁੱਟ ਕੇ ਚਰਨ ਪਕੜ ਕੇ ਬਸ ਵੇਖਿਓ ਕਿ ਮੈਂ ਆਕਰਸ਼ਣ ਕਰਨ ਕਿਉਂ ਡਿਆ ਆ। ਇੰਨੀ ਵਾਰਾਂ ਮੈਂ ਇਹਦੇ 'ਚ ਗੁਜ਼ਰਿਆ, ਇੰਨੀ ਵਾਰਾਂ ਲੰਘਿਆ, ਮਿਲਿਆ ਤੇ ਕੁਝ ਨਹੀਂ। ਸਿਰਫ ਉਹ ਆਕਰਸ਼ਣ ਨੂੰ ਖੋਜਿਓ ਤੇ ਉਹਨੂੰ ਤੋੜਿਓ ਗੁਰੂ ਮਹਾਰਾਜ ਦੇ ਰੰਗ 'ਚ ਰਹਿ ਕੇ। ਪਰ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਰਸ, ਜਦੋਂ ਰਸ ਲੈਣਾ ਸ਼ੁਰੂ ਹੋਏ ਉਸੇ ਵੇਲੇ ਉੱਠ ਪਿਓ। ਇਹ ਵੀ ਧਿਆਨ ਰੱਖਿਓ। ਇਹਨੂੰ ਸਟ੍ਰੈਸ ਵੀ ਨਹੀਂ ਬਣਾਉਣਾ ਵੀ ਆਉਂਦਿਆਂ ਨੂੰ ਤੁਸੀਂ ਡਿਪਰੈਸ਼ਨ ਦੀਆਂ ਗੋਲੀਆਂ ਤੇ ਲੱਗੇ ਹੋਵੋ ਵੀ ਉਹ ਮੇਰੇ ਅੰਦਰੋਂ ਜਾਨ ਨਹੀਂ ਡਿਆ, ਜਾਨ ਨਹੀਂ ਡਿਆ, ਜਾਨ ਆਪੇ ਉਹਨੇ ਕਰ ਦੇਣਾ। ਇਹ ਕੋਈ 4 ਤੋਂ 8 ਸਾਲ ਦਾ ਜਿਹੜਾ ਇਹ ਅਭਿਆਸ ਹੈ, 4 ਤੋਂ 8 ਸਾਲ, ਉਹਦੇ 'ਚ ਤੁਹਾਡਾ ਅੰਮ੍ਰਿਤ ਵੇਲੇ ਉੱਠਣਾ ਵੀ ਇੱਕ ਅਭਿਆਸ ਹੈ। ਪੁਰਾਣੇ ਜੋਗੀ ਜਿਹੜੇ ਸੀ ਉਹ ਸੰਕਲਪ ਵਿਕਲਪ ਦੀ ਸਾਧਨਾ ਕਰਦੇ ਹੁੰਦੇ। ਸੰਕਲਪ ਦੀ ਸਾਧਨਾ ਉਹ ਬਹੁਤ ਖੂਬਸੂਰਤ ਹੁੰਦੀ ਸੀ ਮਨ ਨੂੰ ਤਗੜਿਆਂ ਕਰਨ ਵਾਸਤੇ। ਉਹਨਾਂ ਨੇ ਜਿੱਦਾਂ ਉਪਵਾਸ ਵੀ ਉਹਨਾਂ ਦੇ ਇਹੋ ਹੀ ਹੁੰਦੇ, ਜਿਹੜੇ ਉਪਵਾਸ ਰੱਖਦੇ ਨਾ ਸਾਰਾ ਦਿਨ ਖਾਣਾ ਨਹੀਂ ਕੁਝ, ਉਹ ਇਹੋ ਚੀਜ਼ ਹੁੰਦੀ। ਹੁਣ ਬੋਡੀ ਦਾ ਕੰਮ ਹੈ, ਉਹਨੂੰ ਭੁੱਖ ਲੱਗੀ, ਉਹਨੇ ਦੱਸਣਾ ਵੀ ਭੁੱਖ ਲੱਗੀ, ਤੇ ਉਹਨਾਂ ਨੇ ਉਹਦਾ ਵਿਰੋਧ ਨਹੀਂ ਕਰਨਾ ਵੀ ਨਹੀਂ ਭੁੱਖ ਨਹੀਂ ਲੱਗੀ, ਜਾਂ ਧਿਆਨ ਨਹੀਂ ਹਟਾਉਣਾ। ਉਹਦਾ ਚੁੱਪ ਕਰਕੇ ਮਨ ਆਪਣੇ ਨੂੰ, ਆਪਣੀ ਬੋਡੀ ਨੂੰ ਕਹਿਣਾ ਵੀ ਹਾਂ ਪਤਾ ਮੈਨੂੰ ਲੱਗੀ, ਪਰ ਮੇਰਾ ਹੁਕਮ ਹੈ, ਮੇਰਾ ਅੱਜ ਹੁਕਮ ਹੈ, ਮੇਰਾ ਸੰਕਲਪ ਹੈ ਵੀ ਨਹੀਂ ਕੁਝ ਛਕਣਾ, ਪਾਣੀ ਦੀ ਬੂੰਦ ਵੀ ਨਹੀਂ ਛਕਣੀ, ਤੇ ਨਹੀਂ ਛਕਣੀ। ਉਹ ਵਿਕਲਪ ਆਉਣ ਤੇ ਵਿਕਲਪ ਨਾਲ ਸੰਕਲਪ ਨੂੰ ਤੋੜਦੇ ਨਹੀਂ ਹੁੰਦੇ। ਹੁਣ ਅੰਮ੍ਰਿਤ ਵੇਲੇ ਉੱਠਣ ਦਾ ਕੀ ਅਭਿਆਸ ਹੈ ਤੁਹਾਡਾ? ਸੇਮ ਹੈ, ਸੰਕਲਪ ਦੀ ਸਾਧਨਾ ਹੈ ਕਿ ਰਾਤ ਨੂੰ ਸੰਕਲਪ ਲੈ ਲਿਆ ਸਵੇਰੇ 4 ਵਜੇ ਉੱਠਣਾ ਹੈ। ਸਵੇਰੇ ਜਦੋਂ ਪੂਰੇ 4 ਵਜੇ ਮਹਾਰਾਜ ਨੇ ਜਗਾਉਣਾ ਹੈ, ਜੇ ਤੁਸੀਂ ਉਦੋਂ ਵਿਕਲਪ ਲੈ ਲਿਆ, ਵਿਕਲਪ ਨਾਲ ਤੋੜਤਾ ਵੀ ਚੱਲ 5 ਮਿੰਟ ਠਹਿਰ ਕੇ ਉੱਠਦਾ, ਇਹਦਾ ਮਤਲਬ ਇਹ ਤੁਸੀਂ ਕਮਜ਼ੋਰ ਹੋਣ ਡੇ, ਮਨ ਤਗੜਾ ਹੋਣ ਡਿਆ। ਫਿਰ ਤੁਸੀਂ ਮਨ ਨੂੰ ਜਿੱਤ ਨਹੀਂ ਸਕਦੇ। ਉਹ ਹੁੰਦਾ ਕੀ ਹੈ, ਜਦੋਂ ਤੁਸੀਂ ਉਹ ਸਾਧਨਾ 'ਚ ਚੱਲਦੇ ਜਾਂਦੇ, ਉਹਨੂੰ ਕਮਾਉਂਦੇ ਜਾਂਦੇ, ਤੇ ਮਨ ਜਿਹੜੀਆਂ ਤੁਹਾਡੀਆਂ ਮਨ ਦੀਆਂ ਇਛਾਵਾਂ ਨੇ, ਡਿਮਾਂਡ ਦੇ ਤੋਂ ਇੱਕ ਸੈਪਰੇਟ ਊਰਜਾ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ, ਜਿਹਨੂੰ ਆਤਮਾ ਵੀ ਕਹਿ ਦਿੰਦੇ ਸਾਧੂਆਂ ਦੀ ਦੁਨੀਆ। ਵੈਸੇ ਆਤਮਾ ਹੁੰਦੀ ਨਹੀਂ ਉਹ, ਪਰ ਉਹਨੂੰ ਕਹਿ ਦਿੰਦੇ ਸਮਝਣ ਵਾਸਤੇ ਕਿ ਇੱਕ ਆਤਮਾ, ਇੱਕ ਮਨ ਹੈ, ਜਾਂ ਮਨ 2 ਬਣਾ ਲੈਂਦੇ, ਇੱਕ ਚੰਗਾ ਮਨ ਹੈ, ਇੱਕ ਗੁੱਡ, ਇੱਕ ਬੈਡ। ਉਹ ਊਰਜਾ ਇਕੱਠੀ ਹੁੰਦੀ ਜਾਂਦੀ, ਉਹ ਤਗੜੀ ਹੁੰਦੀ ਜਾਂਦੀ, ਇੱਕ ਦਿਨ ਉਹ ਦੂਜੀ ਨੂੰ ਓਵਰਟੇਕ ਕਰ ਜਾਂਦੀ। ਕਿਉਂਕਿ ਜਦੋਂ ਤੁਹਾਨੂੰ ਉਹ ਕਰਨਾ ਆ ਗਿਆ ਕਿ ਜੋ ਤੁਸੀਂ ਕਹੋ ਬਸ ਤੁਸੀਂ ਉੱਤੇ ਟਿਕੇ ਰਹਿਣਾ, ਜਿਹੜੇ ਅਸੂਲ ਹੈ
ਤੇ ਫਿਰ ਕੀ ਹੁੰਦਾ, ਫਿਰ ਤੁਸੀਂ ਡੋਲਦੇ ਨਹੀਂ, ਤੁਹਾਡੇ 'ਚ ਉਹ ਨਿਸ਼ਚਾ ਆ ਜਾਂਦਾ। ਇੱਕ ਦਿਨ ਤੁਹਾਡੀਆਂ ਸਾਰਾ ਜਿਹੜਾ ਮਨ ਹੈ ਉਹ ਤੁਹਾਡੇ ਪਿੱਛੇ ਚੱਲਦਾ, ਫਿਰ ਜੋ ਤੁਸੀਂ ਕਹਿ ਦਿਓ ਇੱਕ ਵਾਰ ਉਹ ਹੋਏਗਾ, ਜੋ ਸੋਚੋ ਉਹ ਹੋਏਗਾ। ਫਿਰ ਤੁਹਾਡਾ ਮਨ ਤੁਹਾਨੂੰ ਇੱਧਰ ਨੂੰ ਖਿੱਚਦਾ ਨਹੀਂ ਵੀ ਐਨੂੰ ਦੌੜ ਜਾ, ਐਨੂੰ ਦੌੜ ਜਾ, ਐਨੂੰ ਦੌੜ ਜਾ। ਜਦੋਂ ਉਹ ਅਵਸਥਾ ਪਾ ਲੈਂਦੇ ਸੀ ਤੇ ਜਿਹੜੇ ਖਾਸ ਕਰਕੇ ਰਿਸ਼ੀ ਮੁਨੀ ਉਹ ਆਪਣੇ ਨਾਮ ਦੇ ਨਾਲ ਸਵਾਮੀ ਲਾ ਲੈਂਦੇ ਸੀ। ਸਵਾਮੀ ਦਾ ਅਰਥ ਹੁੰਦਾ ਮਾਲਕ, ਕਿ ਆ ਜਿਹੜਾ ਇਹਦਾ ਮਾਲਕ ਹੁਣ ਮੈਂ ਖੁਦ ਆ। ਹੁਣ ਮੇਰਾ ਮਨ ਲੋਕਾਂ ਦੇ ਆਕਰਸ਼ਣ ਇੱਧਰੋਂ ਉੱਧਰੋਂ, ਜੋ ਲੋਕਾਂ ਨੇ ਮੇਰੇ ਦਿਮਾਗ 'ਚ ਪਾਇਆ ਇਹ ਆਕਰਸ਼ਣ ਤੇ ਮੰਗਾਂ, ਹੁਣ ਮੈਂ ਉਹਨਾਂ ਦੇ ਕੰਟਰੋਲ 'ਚ ਨਹੀਂ ਹੈਗਾ। ਮੈਂ ਹੁਣ ਕਮਜ਼ੋਰ ਨਹੀਂ ਆ। ਹੁਣ ਮੇਰੀ ਆਹ ਬੋਡੀ ਜਿਹੜੀ ਮਹਾਰਾਜ ਨੇ ਮੈਨੂੰ ਦਿੱਤੀ ਹੈ ਮੇਰੇ ਹੁਕਮ 'ਚ, ਇਹ ਕਰਕੇ ਮੈਂ ਇਹਦਾ ਮਾਲਕ ਆ, ਸਵਾਮੀ। ਜਿਹੜੇ ਜੋਗੀ ਹੁੰਦੇ ਸੀ ਉਹ ਨਾਥ ਸ਼ਬਦ ਲਾਉਂਦੇ ਹੁੰਦੇ ਸੀ, ਉਹਨਾਂ ਦੇ ਗੁਰੂ ਉਹਨਾਂ ਨੂੰ ਨਾਥ ਦੀ ਉਪਾਧੀ ਦਿੰਦੇ ਹੁੰਦੇ ਜਦੋਂ ਉਸ ਅਵਸਥਾ ਨੂੰ ਪ੍ਰਾਪਤ ਕਰਦੇ। ਤੇ ਨਾਥ ਦਾ ਵੀ ਮਤਲਬ ਮਾਲਕ ਹੀ ਹੁੰਦਾ। ਹੁਣ ਤੁਸੀਂ ਤੁਹਾਡੀ ਆਪਣੀ ਬੋਡੀ ਜਿਹੜੀ ਪਰਮਾਤਮਾ ਨੇ ਤੁਹਾਨੂੰ ਦਿੱਤੀ ਹੈ, ਉਹ ਤੁਹਾਡੇ ਕੰਟਰੋਲ 'ਚ ਹੀ ਨਹੀਂ ਹੈਗੀ। ਤੁਹਾਨੂੰ ਮੀਡੀਆ ਵਾਲੇ ਤੁਹਾਡੇ ਦਿਮਾਗ 'ਚ ਕੋਈ ਇਨਫੋਰਮੇਸ਼ਨ ਪੁੱਟ ਕਰਦੇ ਆ, ਤੁਸੀਂ ਉਹਦੇ ਤੇ ਇੱਛਾ ਧਾਰਨ ਕਰ ਲੈਂਦੇ ਹੋ, ਜੋ ਵਿਖਾਉਂਦੇ, ਜੋ ਲਾਗੇ ਸਾਰੇ ਸੁਣਾਉਂਦੇ, ਉਹਦੇ ਤੇ ਤੁਸੀਂ ਆਪਣੀਆਂ ਮੰਗਾਂ ਖੜੀਆਂ ਕਰ ਲਈਆਂ, ਉਹਦੇ ਤੇ ਹੀ ਤੁਸੀਂ ਆਪਣੀਆਂ ਅਟਰੈਕਸ਼ਨਸ ਖੜੀਆਂ ਕਰ ਲਈਆਂ। ਹੁਣ ਉਹਦੇ ਤੇ ਹੀ ਤੁਹਾਡੇ ਸਾਰੇ ਥਾਟਸ ਚੱਲਦੇ ਆ। ਇੰਨਾ ਹਾਰਡ ਸੋਚਾਂ ਦਾ ਜਿਹੜੇ ਵਿਹਲੇ ਹੀ ਨਹੀਂ ਹੁੰਦੇ, ਤੁਸੀਂ ਕਾਹਦਾ ਹੋਣ ਡਿਆ? ਕਿਉਂਕਿ ਆਹ ਮਾਲਕ ਨਹੀਂ ਹੈਗੇ ਤੁਸੀਂ ਇਹਦੇ। ਇਹ ਤਾਂ ਮਾਲਕ ਆ ਹੋਰ ਤੁਰਿਆ ਫਿਰਨ ਡਿਆ ਬਾਹਰ ਕੁਝ। ਉਹ ਪ੍ਰੋਬਲਮ ਹੈ। ਜੋਗੀ ਨਾਥ ਲਾ ਲੈਂਦੇ ਸੀ ਕਿ ਮਾਲਕ ਹੈ, ਹੁਣ ਉਪਾਧੀ ਦਿੰਦੇ ਸੀ ਉਹਨੂੰ। ਤੁਸੀਂ ਇਹ ਵੇਖੋ ਆਪਣਾ ਮਨ ਭਲਾ ਖੋਜ ਕੇ, ਤੁਹਾਨੂੰ ਆਪਣਾ ਮਨ ਕੰਟਰੋਲ 'ਚ ਹੈਗਾ? ਤੁਹਾਡੀ ਕੋਈ ਆਪਣੀ ਬੋਡੀ ਤੁਹਾਡੇ ਕੰਟਰੋਲ 'ਚ ਹੈਗੀ? ਤੁਸੀਂ ਕਹੋ ਕਿ ਮੈਨੂੰ ਵੀ ਮੈਂ ਸੌਣਾ ਚਾਹੁੰਦਾ ਤੇ ਨੀਂਦ ਆ ਜੇ ਉਸੇ ਵੇਲੇ, ਤੁਸੀਂ ਕਹੋ ਮੈਂ ਉੱਠਣਾ ਚਾਹੁੰਦਾ ਤੇ ਤੁਹਾਨੂੰ ਉਸੇ ਵੇਲੇ ਜਾਗ ਆ ਜੇ। ਹੈਗਾ ਕੁਝ ਕੰਟਰੋਲ 'ਚ? ਸੋਚ ਕੇ ਵੇਖੋ। ਤੇ ਇੱਕ ਦਿਨ ਤੇ ਤੁਸੀਂ ਇਹ ਰੰਗ 'ਚ ਇਹਦੇ ਮਾਲਕ ਬਣਨਾ ਹੈ ਕਿ ਤੁਸੀਂ ਜਦੋਂ ਕਹੋਗੇ ਇਹਨੂੰ ਛੱਡ ਕੇ ਜਾ ਸਕਦੇ ਵੀ ਮੈਂ ਇਹ ਸਰੀਰ ਨੂੰ ਅੱਜ ਛੱਡ ਕੇ ਜਾਣਾ ਚਾਹੁੰਦਾ, ਬਸ ਜਿਹਨੂੰ ਤੁਸੀਂ ਮੌਤ ਕਹਿੰਦੇ ਵੀ ਬਸ ਮੇਰੀ ਯਾਤਰਾ ਪੂਰੀ ਹੋ ਗਈ, ਹੁਣ ਮੈਂ ਜਾਣਾ ਚਾਹੁੰਦਾ। ਅਸੀਂ ਇੱਕ ਮਾਤਾ ਦੀ ਆਪ ਜੀ ਨੂੰ ਬਾਤ ਸੁਣਾਉਣੀ। ਉਹ ਇੱਕ ਪਰਿਵਾਰ ਹੈ, ਉਹਨਾਂ ਨਾਲ ਸਾਡਾ ਬਹੁਤ ਪ੍ਰੇਮ ਹੈ। ਉਹਨਾਂ ਦੇ ਬਜ਼ੁਰਗ ਮਾਤਾ ਜੀ ਹੈ, ਬਹੁਤ ਬੰਦਗੀ ਵਾਲੇ। ਇੱਕ ਦਿਨ ਨਿਆਣਿਆਂ ਨੇ ਇਦਾਂ ਹੀ ਹੱਸਦੇ ਹੱਸਦੇ ਕਿਹਾ ਕਿ ਮਾਤਾ ਜੀ ਅੱਜ ਗੁਰੂ ਮਹਾਰਾਜ ਦਾ ਸ਼ਹੀਦੀ ਪੁਰਬ ਹੈ ਤੇ ਤੁਸੀਂ ਵੀ ਬੁੱਢੇ ਹੋ ਗਏ। ਬਹੁਤ ਬੁੱਢੇ ਸੀ, 90 ਸਾਲਾਂ ਦੇ ਲਾਗੇ ਝਾਗੇ, 90-100 ਸਾਲਾਂ ਦੇ ਲਾਗੇ ਝਾਗੇ। ਤੇ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਅੱਜ ਚੜ੍ਹਾਈ ਕਰ ਜਾਓ ਤੇ ਕਿੱਡੀ ਵਧੀਆ ਹੈ। ਤੇ ਅੱਗੋਂ ਕਹਿਣ ਲੱਗੇ ਆਹੋ ਪੁੱਤ, ਦਿਨ ਤੇ ਬੜਾ ਵਧੀਆ ਹੈ, ਹੈਨਾ। ਤੇ ਚੁੰਨੀ ਦੇ ਪੱਲੇ ਨਾਲੋਂ ਜਿਹੜਾ ਹੈ ਉਹ ਕੁਝ ਰੁਪਈਏ, 1-2 ਰੁਪਈਏ ਖੋਲ ਕੇ ਦਿੱਤੇ ਵੀ ਜਾ ਫਿਰ ਫੁੱਲੀਆਂ ਦਾ ਪ੍ਰਸ਼ਾਦ ਲੈ ਗਿਆ। ਉਹ ਫੁੱਲੀਆਂ ਦਾ ਪ੍ਰਸ਼ਾਦ ਲੈਣ ਗਿਆ, ਚਾਦਰ ਉੱਤੇ ਲਈ ਤੇ ਆਉ ਗਏ। ਕੀ ਹੋਇਆ ਹੋਏਗਾ? ਆ ਤੁਹਾਨੂੰ ਮਿਲਿਆ ਏ, ਲੋਕਾਂ ਨੂੰ ਨਹੀਂ ਮਿਲਿਆ, ਫਿਲਮਾਂ ਵਾਲਿਆਂ ਨੂੰ ਨਹੀਂ ਇਹ ਮਿਲਿਆ, ਇਹ ਐਡਾਂ ਦੇਣ ਵਾਲਿਆਂ ਨੂੰ, YouTube ਵਾਲਿਆਂ ਨੂੰ, ਇਹ ਮਾਰਕ ਜ਼ੁਕਰਬਰਗ ਨੂੰ ਨਹੀਂ ਮਿਲਿਆ। ਇਹ ਤੁਹਾਨੂੰ ਮਿਲਿਆ ਏ, ਇਹ ਤੁਹਾਡੇ ਕੰਟਰੋਲ 'ਚ ਚਾਹੀਦਾ। ਇਹ ਕਿਉਂ YouTube ਦੇ ਕੰਟਰੋਲ 'ਚ? ਜੋ YouTube ਇਹਨੂੰ ਵਿਖਾਉਂਦੀ ਏ, ਇਹ ਉਹ ਕਿਉਂ ਸੋਚਦਾ ਏ? ਉਹ ਕਿਉਂ ਨਹੀਂ ਸੋਚਦਾ ਜੋ ਤੁਸੀਂ ਸੋਚਣਾ ਚਾਹੁੰਦੇ ਆ? ਹੈਨਾ, ਇੰਨੀ ਗੁਲਾਮੀ ਵੀ ਕਾਹਦੀ ਏ? ਉਦਾਂ ਤੇ ਅਸੀਂ ਕਹਿੰਦੇ ਸੀ ਕਿ ਇਹਦੀ ਗੁਲਾਮੀ ਨਹੀਂ ਚੱਲਦੇ, ਅਸੀਂ ਗੁਲਾਮ ਨਹੀਂ ਹੈਗੇ, ਅਸੀਂ ਆਜ਼ਾਦ ਆ। ਪਰ ਜੇ ਸੱਚ ਕਹੀਏ, ਸਾਡੇ ਦੇਖੇ ਸਭ ਗੁਲਾਮ ਤੁਰੇ ਫਿਰਨ ਦੇ। ਸਮਝ ਆਈ ਪੁੱਤਾਂ ਨੂੰ ਗੱਲ ਕਿ ਨਹੀਂ? ਜਿਸ ਦਿਨ ਆਜ਼ਾਦ ਹੋਵੋਗੇ ਆ ਸ਼ਾਂਤ ਹੋ ਜਾਣਾ, ਬਿਲਕੁਲ ਸ਼ਾਂਤ ਹੋ ਜਾਣਾ। ਇੰਨੇ ਫਾਲਤੂ ਦੀਆਂ ਸੋਚਾਂ ਨਹੀਂ ਸੋਚਣੀਆਂ, ਇੰਨੇ ਕਹਾਣੀਆਂ ਨਹੀਂ ਕੱਢਣੀਆਂ, ਬੜੇ ਰਿਲੈਕਸ ਹੱਸਦੇ ਖੇਡਦੇ ਮਹਾਰਾਜ ਨੂੰ ਗਾਉਂਦੇ, ਫਿਰ ਸਾਰੇ ਤੁਹਾਡੇ ਆਪਣੇ ਹੋਈ ਜਾਣੇ। ਤੁਹਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੋਣਾ। ਅੱਜ ਦਾ ਹੁਣੇ ਅਮਰਦੀਪ ਖਾਲਸਾ ਜੀ ਨਾਲ ਲੱਗੇ ਵੀ ਜਦੋਂ ਕਈ ਵਾਰ ਸਿੰਘ ਆ ਕੇ ਨਾ ਸਾਡੇ ਨਾਲ ਸ਼ਿਕਾਇਤ ਵੀ ਕਰਦੇ, ਖਾਲਸਾ ਜੀ ਸਾਡੇ ਨਾਲ ਇਦਾਂ ਕਰਦੇ, ਸਾਡੇ ਨਾਲ ਇਦਾਂ ਹੁੰਦਾ, ਸਾਡੇ ਨਾਲ ਇਦਾਂ ਹੁੰਦਾ। ਤੇ ਅਸੀਂ ਇਹ ਥੋੜੀ ਵੇਖਣ ਦੇ ਹੁੰਦੇ ਵੀ ਉਹ ਕਹਿਣ ਕੀ ਡਿਆ, ਅਸੀਂ ਇਹ ਵੇਖਣ ਦੇ ਹੁੰਦੇ ਕਿ ਮਹਾਰਾਜ ਤੋਂ ਕਿੰਨੀ ਦੂਰ ਹੋਰ ਜਾਣ ਡਿਆ, ਇਹ ਆਪਣੇ ਆਪ ਨੂੰ ਕਿੰਨੀ ਹੋਰ ਉਲਝਣ 'ਚ ਪਾਉਣ ਡਿਆ। ਸਾਡੇ ਨਾਲ ਕੋਈ ਸਾਡੇ ਤੇ ਵੀ ਆ ਕੇ ਸ਼ਿਕਾਇਤ ਕਰੇ ਤਾਂ ਅਸੀਂ ਸਿਰਫ ਇੰਨਾ ਹੀ ਵੇਖਦੇ ਆ ਕਿ ਇਹ ਕਿੰਨਾ ਉਲਝਣ ਡਿਆ, ਇਹਨੇ ਆਪਣਾ ਕਿੰਨਾ ਸਫ਼ਰ ਜਿਹੜਾ ਇਹ ਹੋਰ ਵਧਾਈ ਜਾਣ ਡਿਆ, ਇਹ ਮਹਾਰਾਜ ਨੂੰ ਮਿਲਣ ਦਾ ਜਿਹੜਾ ਮੌਕਾ ਇਹ ਗਵਾਉਣ ਡਿਆ। ਉਲਟਾ ਉੱਤੇ ਤਰਸ ਆਉਂਦਾ, ਉੱਤੇ ਖਿਝ ਨਹੀਂ ਆਉਂਦੀ, ਗੁੱਸਾ ਨਹੀਂ ਆਉਂਦਾ, ਤਰਸ ਆਉਂਦਾ ਵੀ ਇਹ ਕਰਨ ਕੀ ਡਿਆ, ਇਹ ਤੇ ਗਿਆ। ਤੇ ਖੇਡ ਇਹੋ ਹੀ ਹੈ, ਇਹੋ ਹੀ ਤੇ ਖੇਡ ਹੈ ਜਿਹਨੂੰ ਪਾਰ ਕਰਨਾ ਹੈ। ਇਹੋ ਖੇਡ ਖੇਡਦਿਆਂ ਉਹਨੇ ਤੁਹਾਨੂੰ ਗੱਲ ਨਾਲ ਲਾਉਣਾ ਹੈ। ਇਹੋ ਖੇਡ ਖੇਡਦਿਆਂ ਜਦੋਂ ਤੁਸੀਂ ਜਿੱਤਣ ਵਾਲੇ ਬੰਨੇ ਨੂੰ ਤੁਰੇ ਗਏ,
ਤੁਹਾਡੀਆਂ ਸੇਵਾਵਾਂ ਵੀ ਉੱਥੇ ਹੀ ਲੱਗਣੀਆਂ ਨੇ। ਜਿਹੜੇ ਗੁਰੂ ਗੋਬਿੰਦ ਪਾਤਸ਼ਾਹ ਦੇ ਆਸ਼ਿਕ ਨੇ, ਬਾਬਾ ਦੀਪ ਸਿੰਘ ਦੇ ਨੇ ਜਾਂ ਬਾਬਾ ਜਰਨੈਲ ਸਿੰਘ ਦੇ ਵੀ ਨੇ, ਏਦਾਂ ਤੇ ਸੇਵਾ ਨਹੀਂ ਲੱਗਣੀ ਕਿਸੇ ਦੀ। ਏਦਾਂ ਤੇ ਤੁਸੀਂ ਵੱਧ ਤੋਂ ਵੱਧ ਜਿਹੜਾ ਐਵੇਂ ਕਿਸੇ ਨੂੰ ਮਾਰ ਕੇ ਤੇ ਆਪਣੇ ਆਪ ਨੂੰ ਕੌਮ ਦੇ ਹੀਰੋ ਜੇ ਗਣਾ ਤੇ ਲਾਓਗੇ, ਪਰ ਉਹਦੇ ਘਰ 'ਚ ਨਹੀਂ ਕੁਝ ਵੀ ਹੋਣਾ। ਤੁਹਾਡੀਆਂ ਸੇਵਾਵਾਂ ਕੁਦਰਤ ਨੂੰ ਸੰਭਾਲਣ ਦੀਆਂ ਉਦੋਂ ਲੱਗਣੀਆਂ ਨੇ ਜਦੋਂ ਤੁਸੀਂ ਇਹ ਖੇਡ 'ਚ ਅੱਗੇ ਗਏ, ਨਹੀਂ ਤੇ ਨਹੀਂ ਲੱਗਣੀਆਂ ਜਿੰਨਾ ਮਰਜ਼ੀ ਕਰ ਲਓ। ਬਾਬਾ ਦੀਪ ਸਿੰਘ ਦੀ ਸੇਵਾ ਕਿੱਦਾਂ ਲੱਗੀ ਸੋਚ ਕੇ ਵੇਖੋ। ਕਮਾਈ ਕੀਤੀ ਸੀ ਨਾ ਕਿੰਨੇ ਸਾਲ ਲਗਾਤਾਰ ਬੰਦਗੀ, ਕਿੰਨਾ ਸਾਲ ਜੀਵਨ ਕਮਾਇਆ ਹੈ, ਕਿੰਨੇ ਸਾਲ ਜਿਹੜਾ ਹੈ ਗੁਰੂ ਮਹਾਰਾਜ ਦਾ ਹਰ ਵਚਨ ਮੰਨਿਆ, ਫਿਰ ਜਾ ਕੇ ਸੇਵਾ ਲੱਗਦੀ। ਬਾਬਾ ਜਰਨੈਲ ਸਿੰਘ ਦੀ ਵੇਖ ਲਓ ਕਿੱਦਾਂ ਲੱਗੀ। ਏਦਾਂ ਹੀ ਲੱਗ ਗਈ ਸੀ ਵੀ ਉਹ ਆਰਾਮ ਨਾਲ YouTube ਤੇ ਵੀਡੀਓ ਵੇਖਦੇ ਸੀ ਤੇ ਇੱਕ ਦਿਨ ਆ ਕੇ ਵੱਡੇ ਮਹਾਂਪੁਰਸ਼ਾਂ ਨੇ ਕਿਹਾ ਵੀ ਤੇਰੀ ਸੇਵਾ ਲੱਗੀ। ਏਦਾਂ ਤਾਂ ਨਹੀਂ ਲੱਗੀ। ਕਮਾਈਆਂ ਨੇ ਉਹਦੇ ਪਿੱਛੇ, ਯਾਤਰਾ ਹੈ ਉਹਦੇ ਪਿੱਛੇ ਬੜੀ ਲੰਬੀ। ਜਦੋਂ ਤੁਸੀਂ ਉਧਰ ਨੂੰ ਜਾਓਗੇ ਫਿਰ ਸੇਵਾ ਲੱਗਦੀ ਏ, ਫਿਰ ਉਹ ਸੇਵਾ 'ਚ ਸ਼ੂਰਵੀਰਤਾ ਪ੍ਰਗਟ ਹੁੰਦੀ ਤੇ ਤੁਸੀਂ ਕਿਸੇ ਲੇਖੇ 'ਚ ਜਦੋਂ ਮੌਜ ਹੋਵੇ ਉਹ ਲਾ ਲੈਂਦਾ। ਕਿਸੇ ਘਰ 'ਚ ਨਹੀਂ ਵੀ ਲਾਉਂਦਾ, ਕਿਸੇ ਘਰ 'ਚ ਉਦਾਂ ਹੀ ਤੁਹਾਨੂੰ ਆਪਣੇ ਕੋਲ ਬਿਠਾ ਲੈਂਦਾ, ਪਰ ਉੱਥੇ ਫਰਕ ਵੀ ਨਹੀਂ ਪੈਂਦਾ ਕਿ ਤੁਸੀਂ ਸ਼ੂਰਵੀਰਤਾ ਵਾਲੀ ਸੇਵਾ ਕਰਕੇ ਗਏ ਜਾਂ ਕਿਹੜੀ ਕਰਕੇ ਗਏ। ਉੱਥੇ ਫਰਕ ਨਹੀਂ ਪੈਂਦਾ। ਉੱਥੇ ਭਾਈ ਕਨ੍ਹਈਆ, ਉੱਥੇ ਬਾਬਾ ਦੀਪ ਸਿੰਘ ਜੀ ਦੋਵੇਂ ਸਮਾਨ ਨੇ, ਇੱਕੋ ਰੰਗ ਦੇ ਨੇ। ਇਹ ਕਰਕੇ ਤਗੜੇ ਹੋ ਕੇ ਕਮਾਈ, ਇਹਦੇ ਮਾਲਕ ਬਣੋ। ਇਹ ਮਹਾਰਾਜ ਨੇ ਤੁਹਾਨੂੰ ਦਿੱਤਾ ਹੈ, ਨਹੀਂ ਤੇ ਤੁਸੀਂ ਲੱਖ ਯਤਨ ਕਰ ਦੋ। ਅੱਜ ਵੇਖੋ ਕਿੱਦਾਂ ਦੇ ਕੋਈ ਕਹਿੰਦਾ ਮੇਰਾ ਜੀ ਬਾਣੀ ਪੜ੍ਹਨ 'ਚ ਮਨ ਨਹੀਂ ਲੱਗਦਾ, ਉਹਨੂੰ ਕਿਤੇ ਅਸੀਂ ਸਾਡੇ ਕੋਲ ਕਈ ਵਾਰ ਇਦਾਂ ਦੇ ਜੀ ਆਉਂਦੇ ਨੇ, ਉਹ ਸਾਨੂੰ ਆ ਕੇ ਕਹਿਣਗੇ ਖਾਲੀ ਬਾਣੀ ਪੜ੍ਹਨ ਨੂੰ ਨਹੀਂ ਮਨ ਕਈ ਵਾਰ ਕਰਦਾ। ਕਈ ਵਾਰ ਮਨ ਬੜਾ ਵਧੀਆ ਚੱਲਦਾ, ਕਈ ਵਾਰ ਚੱਲਦਾ ਨਹੀਂ। ਤੇ ਜੇ ਥੋੜਾ ਕੁ ਚਿਰ ਉਹਨਾਂ ਨੂੰ ਉਲਝਾ ਲਓ ਨਾ ਤੁਸੀਂ ਗੱਲ ਚਲਝਾ ਕੇ, ਤੇ ਉਹਨਾਂ ਨੂੰ ਕੋਈ ਪਿਆਰ ਦੀ ਗੱਲ ਕਰਨ ਲੱਗ ਪਓ ਵੀ ਤੁਹਾਡਾ ਗੁਰੂ ਮਹਾਰਾਜ ਨਾਲ ਪ੍ਰੇਮ ਦੱਸ ਦਿਓ, ਸਮਝਾ ਦਿਓ, ਫਿਰ ਉਹ ਬੜੀਆਂ ਲੰਬੀਆਂ ਦੱਸਣਗੇ ਤੁਹਾਨੂੰ। ਤੇ ਵਾਪਸ ਜੇ ਉਹ ਸਵਾਲ ਫਿਰ ਉਹਨਾਂ ਦਾ ਰਿਪੀਟ ਕਰੋ ਕਿ ਜੇ ਇੰਨਾ ਪਿਆਰ ਹੈ ਤੇ ਲੱਗਦਾ ਕਿਉਂ ਨਹੀਂ, ਇਹ ਦੱਸ। ਦਾ ਮਤਲਬ ਇਹ ਜਦੋਂ ਆ ਹੀ ਕੰਟਰੋਲ 'ਚ ਨਹੀਂ ਹੈ ਜਿਹੜਾ ਤੁਹਾਨੂੰ ਦਿੱਤਾ ਹੈ, ਤੇ ਇਹਦਾ ਕਿੱਦਾਂ ਲੱਗੇਗਾ? ਇਹ ਇਦਾਂ ਹੀ ਕਰੇਗਾ, ਕਦੀ ਲੱਗ ਗਿਆ ਕਦੀ ਨਹੀਂ ਲੱਗ ਗਿਆ। ਜੇ ਦਿਨ ਸਵਾਰਥ ਜੁੜ ਗਿਆ ਲੱਗੇਗਾ, ਜੇ ਦਿਨ ਨਹੀਂ ਲੱਗਾ ਨਹੀਂ ਲੱਗੇਗਾ। ਇਹ ਕਰਕੇ ਭਾਈ ਹੁਣ ਸਮਾਂ ਆ ਗਿਆ, ਹੁਣ ਤੁਹਾਨੂੰ ਸਾਡੇ ਮਗਰ ਆਉਣ ਦੀ ਲੋੜ ਨਹੀਂ। ਹੁਣ ਤੁਹਾਨੂੰ ਆ ਜਿਹੜਾ ਇਹਨੂੰ ਧਾਰਨ ਕਰਨ ਦੀ ਲੋੜ ਹੈ ਬਸ। ਇਸ ਤੋਂ ਅਗਲਾ ਸਫ਼ਰ ਜਿਹੜਾ ਹੈ ਉਹ ਸਾਡੇ ਮਗਰ ਚੱਲ ਕੇ ਨਹੀਂ ਹੁੰਦਾ। ਹੁਣ ਤੁਹਾਨੂੰ ਜਿਹੜੇ ਚੀਜ਼ ਦੇ ਮਗਰ ਤੁਸੀਂ ਸਾਡੇ ਪਿੱਛੇ ਆਉਣੇ ਆ, ਸਰੀਰ ਦੇ ਪਿੱਛੇ, ਉਹ ਬਣਨ ਵੱਲ ਨੂੰ ਚੱਲਣਾ ਪੈਣਾ। ਤੇ ਜਿੰਨੇ ਬਣਨਾ ਹੈ ਉਹਨੂੰ ਮੁਸ਼ੱਕਤ ਕਰਨੀ ਪੈਣੀ, ਇਹ ਵੀ ਗੱਲ ਹੈ। ਤੇ ਤਗੜੇ ਹੋ ਕੇ ਕਰਿਓ, ਠੀਕ ਹੈ। ਵੀਡੀਓ ਗੇਮਾਂ ਦਾ ਕਿਹੜਾ ਵੇਖੋ ਭਲਾ ਬੰਦ ਕਰਕੇ ਵੇਖੋ ਭਲਾ, ਵੀਡੀਓ ਗੇਮ ਦੇ ਗੁਲਾਮ ਤੇ ਨਹੀਂ, YouTube ਦੇ ਗੁਲਾਮ ਤੇ ਨਹੀਂ, ਸੋਸ਼ਲ ਮੀਡੀਆ ਦੇ ਗੁਲਾਮ ਤੇ ਨਹੀਂ। ਭਜਨੀਰ ਕਿੱਥੇ ਨਿੱਕੀ ਜੀ? ਦੇਖੀਏ ਭਲਾ ਹੈਗਾ ਉਸ ਦੇ ਗੁਲਾਮ ਤੇ ਨਹੀਂ ਤੂੰ? ਹੈਗਾ ਉਸ ਹੀ ਆ ਕੀ ਆ? ਬੋਲਦਾ ਨਹੀਂ ਆ ਕੀ ਆ? ਹੈਗਾ ਉਸ ਆ ਕੀ ਆ? ਦੇਖੀਏ ਭਲਾ ਗੁਲਾਮ ਤੇ ਨਹੀਂ। ਛੱਡ ਕੇ ਵੇਖੋ ਵੀ ਜਿੰਨੀ ਦੇਰ ਤੱਕ ਅਸੀਂ ਵਾਪਸ ਨਹੀਂ ਆਉਂਦੇ ਕੁਝ ਨਹੀਂ ਯੂਜ਼ ਕਰਨਾ, ਸਿਰਫ ਸਕੂਲ ਦੇ ਕੰਮ ਦੀ ਚੀਜ਼ ਯੂਜ਼ ਕਰਨੀ, ਨਹੀਂ ਤੇ ਕੁਝ ਨਹੀਂ ਵੇਖਣਾ, ਕੁਝ ਨਹੀਂ ਕਰਨਾ। ਕਰੇਗਾ ਨਿਹੰਗ? ਤੇਰੇ ਭਲਾ ਹੁਣ ਨਿਹੰਗ ਬਣਦਾ ਕਿ ਨਹੀਂ ਬਣਦਾ? ਸੋਚ ਕੇ ਵੇਖਿਓ। ਮਰਤ ਨਹੀਂ ਚੱਲੇ, ਮੌਤ ਤੇ ਨਹੀਂ ਆ ਚੱਲੀ। ਮਨ ਹੀ ਗੜਬੜ ਕਰੂਗਾ, ਕਰ ਲੈਣ ਦੇ, ਚੁੱਪ ਕਰਕੇ ਸਾਈਡ ਤੇ ਬਹਿ ਕੇ ਵੇਖਦੇ ਰਹੋ, ਨਾਮ ਜਪਦੇ ਰਹੋ। ਆਪਣੇ ਆਪ ਨੂੰ ਵੇਖਿਓ ਉਹਦੀ ਗੁਲਾਮੀ 'ਚ ਕਿੱਦਾਂ ਗੁਲਾਮ ਆ, ਕਿੱਦਾਂ ਤੜਫਦਾ ਆ ਉਹਨਾਂ ਚੀਜ਼ਾਂ ਤੋਂ ਬਿਨਾਂ। ਠੀਕ ਹੈ, ਵੱਡੇ ਵੀ ਕਰਕੇ ਵੇਖ ਲਿਓ। ਤੁਹਾਡਾ ਵੀ ਜਿਹੜਾ ਫੇਸਬੁੱਕ ਤੋਂ ਬਿਨਾਂ ਜੀ ਨਹੀਂ ਨਾ ਲੱਗਦਾ। ਆਹ 3.5 ਮਹੀਨੇ ਆਪਾਂ ਆਪਣੀ ਵੋਟੀ ਦਾ ਨਾਂ ਫੇਸਬੁੱਕ ਰੱਖ ਲਓ, ਸੌਖਾ ਕਿਆ ਖੂਬਸੂਰਤ ਜਿੰਨਾ ਕਮ ਸੇ ਕਮ ਰਿਸ਼ਤਾ ਤੇ ਸੋਹਣਾ ਹੋ। ਆਹੋ ਜਿੱਦਾਂ 15 ਕੁ ਮਿੰਟਾਂ ਬਾਅਦ ਉਹਨੂੰ ਬੋਲ ਕੇ ਵੇਖਦੇ ਹੋ, 15 ਕੁ ਮਿੰਟਾਂ ਬਾਅਦ ਉਹਨੂੰ ਪਿਆਰ ਨਾਲ ਆਵਾਜ਼ ਮਾਰਿਆ ਭਗਵਾਨ ਨੇ,
ਹਨਾ ਉਹ ਪੁੱਛੂ ਕੀ ਗੱਲ ਹੈ ਨਹੀਂ ਉਦਾਂ ਹੀ ਜੀ ਜਿਹਾ ਹੀ ਕਰਦਾ ਜਿੱਦਾਂ ਫੇਸਬੁੱਕ ਖੋਲ ਕੇ ਵੇਖਣਾ ਬਾਅਦ ਤੈਨੂੰ ਬੁਲਾਉਣ ਨੂੰ ਜੀ ਅੱਗੇ ਉਹ ਅਗਲੀ ਕਵੇ ਕੰਮ ਹੋ ਗਿਆ ਉਹ ਪਹਿਲਾਂ ਹੀ ਕਹਿੰਦੀ ਉਹਦੀ ਲੋੜ ਉਹ ਪਹਿਲਾਂ ਹੀ ਅੰਦਰੋਂ ਸ਼ਿਓਰ ਆ ਕਰਦੇ ਸੋਚ ਲੈਣਗੇ ਵੀ ਜਿਵੇਂ ਫੇਸਬੁੱਕ ਤੇ ਡਾਂਗਾ ਖਾਣੇ 10-15 ਮਿੰਟ ਮਿਲ ਲਈਏ ਅੱਜ ਕੋਈ ਜ਼ਰੂਰੀ ਵਾਹਿਗੁਰੂ ਜੀ